ਤੇ ਸਭ ਤੋਂ ਪਹਿਲੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜੋ ਇਹ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਅਸੀਂ ਸਾਰੇ ਸਾਂਝ ਕਰ ਰਹੇ ਹਾਂ। ਸਾਰੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਗੁਰੂ ਦੀ ਕਿਰਪਾ ਹੈ, ਗੁਰੂ ਦੀ ਬਖਸ਼ਿਸ਼ ਹੈ ਔਰ ਗੁਰੂ ਹੀ ਸਿਰਜਣਹਾਰ ਹੈ ਔਰ ਕਰਤਾ ਹੈ, ਕਰਤਾ ਪੁਰਖ ਹੈ। हर की वडियाई देखो संतो, हर निवानिया मान दिवाए, जो धरती चढ़न तले ते ऊपर आवे, क्यों नानक साथ जना जगत आन सब पैरी पाए। आओ उस दी हरि दी वडियाई अज अपने ऐसे कबीर मैं कहूँगा गुरु दी जिन्हां दे बहुत बख्शिश है, वो चानन पाणगे कि भाई मैं किस नूं जाप करना है, किस दी मैं वडियाई करनी है और क्यों करनी है, और मैं किस तरीके दे नाल अपने इस मार्ग दर्शन नाल अपने जीवन नू एक ऐसा आदर्शक जीवन बनावा ताकि मैनू दियो सजन आसीसड़ियां जियों होवे साहिब स्यों मेल। आओ मेरे वीर जी तुसीं साडे नाल सांझ करो, सचियार बनिए किव सचियारा होइए, किव कूड़ै टुटै पाल, हुक्म रजाई चलना नानक लिखिया नाल। वीर हरविंदरपाल सिंह जी जो सारे नाल एक गुरमत दे विच बहुत मैं कहूँगा एक बुद्धिजीवी हन, वो साडे नाल सांझ करनगे। आओ वीर जी अज दे सब्जेक्ट दे उपर अज दी क्लास अवल टू यू, और प्लीज सांझ करो अपने वो शेयरिंग वो अद्भुत नज़ारे जिदे नाल असी भी अपने आदर्शक जीवन बना पाइए। अवल टू यू वीर जी। वाहिगुरू जी का खालसा, वाहिगुरू जी की फतेह। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਹਾਊ ਐਂਡ ਵਾਈ ਵੀ ਸ਼ੁੱਡ ਪ੍ਰੇ। ਤਾਂ ਮੈਂ ਇਹ ਟੌਪਿਕ ਇਸ ਲਈ ਚੁਣਿਆ ਕਿ ਆਮ ਤੌਰ ਤੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਰੋਜ਼ਮਰਰਾ ਦੀ ਪ੍ਰੈਕਟਿਸ ਜਿਹੜੀ ਹੈ ਉਹ ਅਸੀਂ ਕਿਸ ਤਰ੍ਹਾਂ ਪ੍ਰੇ ਕਰਦੇ ਹਾਂ ਔਰ ਸਾਨੂੰ ਕਿਸ ਤਰ੍ਹਾਂ ਇਬਾਦਤ ਕਰਨੀ ਚਾਹੀਦੀ ਹੈ। ਔਰ ਜਦੋਂ ਅਸੀਂ ਅੱਜ ਦੇ ਇਸ ਮਾਹੌਲ ਨੂੰ ਦੇਖਦੇ ਹਾਂ ਤਾਂ ਸਾਡੀ ਆਸ-ਪਾਸ ਅਸੀਂ ਦੇਖ ਰਹੇ ਹਾਂ ਕਿ ਵੱਧਦੀ ਆਬਾਦੀ ਕਰਕੇ ਇੱਕ ਦੂਸਰੇ ਦੀ ਮੌਜੂਦਗੀ ਇਤਨੀ ਵੱਧ ਗਈ ਹੈ ਕਿ ਮਨੁੱਖ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਜਿਤਨੀ ਸਪੇਸ ਚਾਹੀਦੀ ਹੈ ਉਹ ਸਪੇਸ ਮਿਲਦੀ ਨਹੀਂ, ਔਰ ਲੋਕ ਆਪਸ ਵਿੱਚ ਇੱਕ ਦੂਸਰੇ ਤੋਂ ਇਸ ਕਾਰਨ ਖਫਾ ਹੋ ਰਹੇ ਨੇ, ਇੱਕ ਦੂਸਰੇ ਤੋਂ ਚਿੜ ਰਹੇ ਨੇ, ਜਿਸ ਨਾਲ ਹਰ ਰਿਸ਼ਤੇ ਵਿੱਚ ਅਸੀਂ ਦੇਖ ਰਹੇ ਹਾਂ, ਹਰ ਸੰਬੰਧ ਵਿੱਚ ਪ੍ਰੇਮ ਅਤੇ ਕਰੁਣਾ ਦੀ ਥਾਂ ਤੇ ਕਾਮ ਨੇ ਲੈ ਲਈ ਹੈ। ਔਰ ਇੱਥੇ ਕਾਮ ਦਾ ਮਤਲਬ ਹੈ ਦੂਸਰੇ ਤੋਂ ਕੁਝ ਹਾਸਲ ਕਰਨ ਦੀ ਹਸਰਤ। ਹੁਣ ਜਦੋਂ ਅਸੀਂ ਆਪਣੇ ਸਮਾਜ ਵਿੱਚ ਆਪਣੀ ਕੌਮ ਵਿੱਚ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਰੋਜ਼ ਇਬਾਦਤ ਕਰਨ ਜਾਂਦੇ ਹਾਂ, ਨਿਤਨੇਮ ਕਰਦੇ ਹਾਂ। ਅੱਜ ਗੁਰਦੁਆਰੇ ਦੇਖਦੇ ਹਾਂ ਤਾਂ ਗੁਰਦੁਆਰੇ ਪੱਕੇ ਬਣ ਗਏ ਨੇ, ਸੋਨੇ ਲੱਗ ਗਏ ਨੇ, ਕਲਸ਼ ਬਣ ਗਏ ਨੇ, ਪਰ ਗੁਰਦੁਆਰਿਆਂ ਦੀ ਜਿਹੜੀ ਨੀਂਹ ਹੈ, ਗੁਰਦੁਆਰਿਆਂ ਦੇ ਜਿਹੜੀ ਰੂਟ ਹੈ, ਉਹ ਜਿਸ ਪੱਥਰ ਤੇ ਸੋਨੇ ਦੀ ਸੀ ਉਹ ਬਾਹਰ ਨਹੀਂ ਦਿਖ ਰਹੀ। ਸੋਨੇ ਦੀ ਲਿਸ਼ਕ ਨੇ ਸਿੱਖੀ ਦੀ ਨੀਂਹ, ਸਿੱਖੀ ਦੀ ਜਿਹੜੀ ਰੂਟ ਹੈ ਉਹ ਮੈਨੂੰ ਲੱਗਦਾ ਹੈ ਕਿ ਛੁਪਾ ਲਈ ਹੈ। ਸਾਡੀ ਸਾਰੀ ਵਿਵਸਥਾ ਉਸ ਨੀਂਹ ਵਿੱਚ, ਉਸ ਰੂਟ ਵਿੱਚ ਐਕਲਿਪਸ ਹੋ ਗਈ ਹੈ, ਔਰ ਜਿਹੜੀ ਬੁਨਿਆਦ ਗੁਰਦੁਆਰਿਆਂ ਦੀ ਬਿਲਡਿੰਗਾਂ ਦਾ ਵਿੱਚ ਹੈ ਉਹ ਚੱਕਾਚੌਂਦ ਵਿੱਚ ਗਵਾਚ ਜਿਹੀ ਗਈ ਲੱਗਦੀ ਹੈ। ਔਰ ਗੁਰਪੁਰਬਾਂ ਦੀ ਗੱਲ ਕਰਾਂ, ਸਾਡੇ ਕੌਮ ਦੇ ਵਿੱਚ ਜਿਹੜੀਆਂ ਉਲਝਣਾਂ ਨੇ ਉਹਦੀ ਗੱਲ ਕਰਾਂ ਤਾਂ ਗੁਰਪੁਰਬਾਂ ਦੀਆਂ ਤਰੀਕਾਂ, ਬਾਣੀ ਦੇ ਸਰੂਪਾਂ, ਗੁਰਦੁਆਰਿਆਂ ਤੇ ਕਬਜ਼ੇ, ਲੰਗਰ, ਸਟਾਲ, ਜਿਵੇਂ ਕੌਮ ਕੋਲ ਇਸ ਤੋਂ ਇਲਾਵਾ ਕੁਝ ਵੀ ਨਹੀਂ। ਨਾ ਕੌਮ ਵਿੱਚ ਕਲਾ ਹੈ, ਨਾ ਧਰਮ ਹੈ, ਨਾ ਫਿਲੋਸਫੀ ਹੈ, ਨਾ ਸੰਗੀਤ ਹੈ, ਬਸ ਗੋਲਕਾਂ ਦੇ ਕਬਜ਼ੇ। ਮੈਂ ਕੁਝ ਪ੍ਰੈਕਟੀਕਲ ਗੱਲਾਂ ਕਰ ਰਿਹਾ ਤੇ ਰਾਜਨੀਤੀ ਅਸੀਂ ਹਰ ਤਰਫ ਦੇ ਰਹੇ ਹਾਂ। ਦੇਖੋ ਅੱਜ ਮੇਰੇ ਲਈ ਦੁਵਿਧਾ ਇਹ ਹੈ ਜਦੋਂ ਮੈਂ ਵਿਸ਼ਾ ਕਰ ਰਿਹਾ ਕਿ ਜੋ ਦਿਸਦਾ ਉਹਨੂੰ ਦਿਸਣੋਂ ਮੈਂ ਕਿਵੇਂ ਹਟਾਵਾਂ, ਜੋ ਸਮਝਿਆ ਨਹੀਂ, ਜੋ ਜਾਣਿਆ ਨਹੀਂ, ਉਸਨੂੰ ਮੈਂ ਸੱਚ ਕਿਵੇਂ ਮੰਨਾਂ। ਬਾਣੀ ਦੀ ਬੜੀ ਖੂਬਸੂਰਤ ਫਰਮਾਨ ਹੈ, ਦਾਰਦ ਦੇਖ ਸਭ ਕੋ ਹਸੇ ਐਸੀ ਦਸਾ ਹਮਾਰੀ। ਦੁਨੀਆ ਸਾਡੀ ਕੌਮੀ ਗਰੀਬੀ ਤੇ ਹੱਸ ਰਹੀ ਹੈ। We are being watched and we are being observed by others।
ਔਰ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਆਪਣੀ ਵਿਰਾਸਤ ਤੋਂ ਔਰ ਆਪਣੀ ਜਿਹੜੀ ਹੈ ਸਾਰੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂ, ਵੇ ਆਫ ਲਾਈਫ ਦੀ ਗੱਲ ਕਰਾਂ, ਉਸ ਤੋਂ ਵਾਂਝੀ ਹੋਈ ਹੈ। ਪ੍ਰੈਕਟੀਕਲੀ ਜਦੋਂ ਮੈਂ ਦੇਖਦਾ ਸੋਚਦਾ, ਵੀ ਲਿਵ ਇਨ ਆਵਰ ਓਨ ਇਕੋ ਚੈਂਬਰ। ਅਸੀਂ ਆਪਣੇ ਵਿਚਾਰ, ਅਸੀਂ ਆਪਣੀ ਆਵਾਜ਼ ਆਪ ਹੀ ਸੁਣਦੇ ਹਾਂ। ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਆਪ ਹੀ ਆਪਣੀ ਜਿਹੜੀ ਹੈ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਬੋਲ ਰਹੇ ਹਾਂ, ਆਪ ਹੀ ਸੁਣ ਰਹੇ ਹਾਂ। ਟ੍ਰੈਜੇਡੀ ਹੈ ਕਿ ਆਪਣੇ ਹੀ ਬੋਲਣ ਵਾਲੇ ਅਲਫਾਜ਼ਾਂ ਨੂੰ, ਉਹਨਾਂ ਦੇ ਵਿਚਾਰਾਂ ਨੂੰ ਨਾ ਆਪ ਸਮਝ ਰਹੇ ਹਾਂ ਔਰ ਨਾ ਅਪਣਾ ਰਹੇ ਹਾਂ ਤੇ ਨਾ ਅਮਲ ਕਰ ਰਹੇ ਹਾਂ। ਅਸੀਂ ਹੁਲੀਆ, ਮੇਰੀ ਗੱਲ ਬੜੇ ਧਿਆਨ ਨਾਲ ਸਮਝਣਾ, ਅਸੀਂ ਹੁਲੀਆ ਬਾਹਰਲੀ ਦਿੱਖ, ਮਾਸ਼ਰਤ ਸਾਡਾ ਬਿਹੇਵੀਅਰ ਅਤੇ ਮਜ਼ਹਬ। ਹੁਲੀਆ, ਮਾਸ਼ਰਤ ਤੇ ਮਜ਼ਹਬ ਨੂੰ ਅਸੀਂ ਆਪਸ ਵਿੱਚ ਇਸ ਤਰ੍ਹਾਂ ਗੱਠ-ਮੱਠ ਕਰ ਦਿੱਤਾ ਹੈ ਕਿ ਮੈਨੂੰ ਪਤਾ ਨਹੀਂ ਕਿਉਂ ਅਸੀਂ ਅੰਧੇਰੇ ਵੱਲ ਜਾ ਰਹੇ ਹਾਂ। ਉਹ ਹੈ ਨਾ ਬਾਣੀ ਦਾ ਬੜਾ ਖੂਬਸੂਰਤ ਸ਼ਬਦ, ਬਾਹਿਰ ਦਿਸੇ ਚਾਨਣਾ ਦਿਲ ਪਿਆਰੀ ਰਾਤ। ਔਰ ਇਹ ਗੁਰਬਾਣੀ ਦੀ ਜਿਹੜੀ ਇਹ ਫਰਮਾਨ ਹੈ, ਇਹ ਸ਼ਾਇਦ ਮੁਹੰਮਦ ਇਕਬਾਲ ਨੇ ਪੜ੍ਹਿਆ ਸੀ। ਉਹਨੇ ਆਪਣੇ ਲਫ਼ਜ਼ਾਂ ਵਿੱਚ ਲਿਖਿਆ ਕਿ ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ हैं, ज़हनों में अंधेरे हैं, सड़कों पे उजाले हैं। तो पहले ਜ਼ਾਹਿਰ ਨੂੰ ਨਹੀਂ, ਬਾਤਨ ਨੂੰ ਠੀਕ ਕਰਨਾ ਸੀ, ਬਿਹੇਵੀਅਰ ਨੂੰ ਠੀਕ ਕਰਨਾ ਸੀ। ਹੁਣ ਦੇਖਦਾ ਹਾਂ ਬਈ ਅਸੀਂ ਅਗਰ ਸੋਚੀਏ ਤਾਂ ਅਸੀਂ ਬਾਣੀ ਤੇ ਬਾਣਾ ਸਾਨੂੰ ਗੁਰੂ ਨੇ ਬਖਸ਼ਿਆ। ਅਸੀਂ ਬਾਣੇ ਨਾਲ ਤਾਂ ਤੁਰ ਪਏ, ਸਾਰੀ એનર્ਜੀ ਅਸੀਂ ਬਾਣੇ ਤੇ ਤਾਂ ਲਗਾਤੀ, ਪਰ ਬਾਣੀ ਤੋਂ ਮੈਨੂੰ ਫੀਲ ਹੁੰਦਾ ਜਿਵੇਂ ਬਾਣੀ ਤੋਂ ਅਸੀਂ ਦੂਰ ਹੋ ਰਹੇ ਹਾਂ। ਗੁਰੂ ਨੇ ਸਾਨੂੰ ਦਸਤਾਰ ਦਿੱਤੀ, ਪਹਿਲਾ ਕਿਰਦਾਰ ਦਿੱਤਾ, ਫਿਰ ਦਸਤਾਰ ਦਿੱਤੀ, ਪਹਿਲੇ ਸਿਧਾਂਤ ਦਿੱਤਾ, ਫਿਰ ਸਰੂਪ ਦਿੱਤਾ, ਨਾਲ ਦੇ ਨਾਲ ਸ਼ਬਦ ਗੁਰੂ ਦੀ ਇੱਕ ਸੰਸਥਾ ਦਿੱਤੀ। ਪਰ ਜਦੋਂ ਅਸੀਂ ਆਸ-ਪਾਸ ਦੇਖਦੇ ਹਾਂ ਤਾਂ ਮੈਨੂੰ ਬੜੀ ਨਮੋਸ਼ੀ ਹੁੰਦੀ ਹੈ ਕਿ ਉਸ ਸੰਸਥਾ ਨਾਲ ਅਸੀਂ ਜੁੜ ਨਹੀਂ ਪਾ ਰਹੇ। ਸਾਡੀ ਪਨੀਰੀ, ਸਾਡੀ ਜਨਰੇਸ਼ਨ, ਜਿਹਦੀ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਕਿ ਉਹ ਭਟਕ ਰਹੇ ਨੇ। ਆਮ ਤੌਰ ਤੇ ਜਦੋਂ ਬੱਚਿਆਂ ਨਾਲ ਗੱਲ ਕਰਦੇ ਹਾਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਕੋਈ ਰਾਹ ਨਹੀਂ ਦਿਸਦਾ। ਹੁਣ ਸਵਾਲ ਇਹ ਹੈ ਕਿ ਗੁਰੂ ਸਾਹਿਬ ਹੁਣ ਆਪ ਆਣਗੇ ਰਾਹ ਦਿਸਾਉਣ ਲਈ? ਰਾਹ ਤਾਂ ਉਹ ਦਿਖਾ ਗਏ ਨੇ ਸਾਨੂੰ। ਇੰਨੀ ਨਾਯਾਬ ਇੱਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਇਤਨਾ ਵੱਡਾ ਉਹ ਵੇ ਆਫ ਲਾਈਫ ਦੇ ਗਏ ਸੀ, ਪਰ ਅਸੀਂ ਕਿੱਥੇ ਨਾ ਕਿੱਥੇ ਉਸ ਨੂੰ ਅਪਣਾ ਨਹੀਂ ਸਕੇ। ਅੱਜ ਮੇਰੀ ਇਸ ਕੁਝ ਗੱਲਾਂ ਨੂੰ ਬੜਾ ਧਿਆਨ ਨਾਲ ਸਮਝਣਾ ਕਿ ਅਸੀਂ ਇਤਿਹਾਸ ਗੁਰਦੁਆਰਿਆਂ ਦੇ ਵਿੱਚ ਜਾਂ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ, ਇਤਿਹਾਸ ਨੂੰ ਜ਼ਿਆਦਾ ਪ੍ਰੀਚ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਘੱਟ ਕਰ ਰਹੇ ਹਾਂ। ਔਰ ਉਸ ਲਈ ਬੜੀ ਸਮਝਣ ਵਾਲੀ ਗੱਲ ਹੈ ਕਿ ਜਿੰਨੇ ਜਿਹੜੇ ਆਦਰਸ਼ ਨੇ, ਆਦਰਸ਼ ਇਤਿਹਾਸ ਬਣਾਉਂਦੇ ਨੇ, ਇਤਿਹਾਸ ਆਦਰਸ਼ ਨਹੀਂ ਬਣਾਉਂਦਾ। ਗੁਰੂਆਂ ਨੂੰ ਦੇ ਰੂਪ ਜਾਣਨ ਦੇ ਬੇਇੰਤਹਾ ਰੁਝਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਅਨੰਤ ਗਿਆਨ ਨੂੰ ਪਿੱਛੇ ਛੱਡ ਦਿੱਤਾ। ਇਹ ਗੱਲ ਬੜੀ ਨੋਟ ਕਰਨ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਅਸੀਂ ਖੁਦ ਪ੍ਰਸਤੀ ਤੋਂ ਖੁਦਾ ਪ੍ਰਸਤੀ ਵੱਲ ਦਾ ਰਾਹ, ਪਰ ਇਹ ਰਾਹ ਕੇਵਲ ਤੇ ਕੇਵਲ ਅਸੀਂ ਸਿਰਫ ਗੁਰਬਾਣੀ ਪੜ੍ਹਨ ਜਾਂ ਕੀਰਤਨ ਦਰਬਾਰ ਜਾਂ ਮੱਥੇ ਟੇਕਣ ਰਾਹੀਂ ਖੋਜਿਆ ਜਾ ਰਿਹਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਪੜ੍ਹਨ ਤੱਕ ਸੀਮਤ ਕਰ ਦਿੱਤਾ। ਹੁਣ ਦੇਖੀਏ ਗੁਰਬਾਣੀ ਬੜੀ ਪੜ੍ਹੀ ਵੀ ਜਾ ਰਹੀ ਹੈ, ਸਮਝੀ ਵੀ ਜਾ ਰਹੀ ਹੈ, ਪਰ ਜੀਵਨ ਵਿੱਚ ਕਿੱਥੇ ਉਤਰ ਨਹੀਂ ਰਹੀ। ਔਰ ਜਿਹੜਾ ਅੱਜ ਦਾ ਇਹ ਵਿਸ਼ਾ ਸ਼ਾਇਦ ਇਸੇ ਲਈ ਰੱਖਣਾ ਪਿਆ। ਤੇ ਇਸੇ ਲਈ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹ ਵੀ ਰਹੇ ਹਾਂ ਔਰ ਇਤਨੇ ਵੱਡੇ ਕੀਰਤਨ ਦਰਬਾਰ ਵੀ ਕਰ ਲਏ, ਵਿਚਾਰਾਂ ਵੀ ਹੋ ਰਹੀਆਂ ਨੇ, ਗੁਰਦੁਆਰਿਆਂ ਵਿੱਚ ਵੀ ਭੀੜਾਂ ਇਤਨੀਆਂ ਨੇ ਕਿ 2-2 ਘੰਟੇ ਤੁਹਾਨੂੰ ਟਾਈਮ ਨਹੀਂ ਮਿਲਦਾ ਉੱਥੇ ਮੱਥਾ ਟੇਕਣ ਲਈ, ਪਰ ਜੀਵਨ ਵਿੱਚ ਜਿੱਥੇ ਉਤਰਨੀ ਚਾਹੀਦੀ ਸੀ ਬਾਣੀ, ਉਹ ਉਤਰੀ ਨਹੀਂ। ਤਾਂ ਹੀ ਤਾਂ ਜ਼ਿੰਦਗੀਆਂ ਦੇ ਵਿੱਚ ਟਰਾਂਸਫੋਰਮੇਸ਼ਨ ਨਹੀਂ ਹੋ ਰਹੀ, ਰੂਪਾਂਤਰ ਨਹੀਂ ਹੋ ਰਿਹਾ। ਮੈਂ ਤੁਹਾਨੂੰ ਸੱਚੀ ਦੱਸਾਂ ਕਿ ਸਾਡੇ ਕੋਲ ਗੁਰਮਤਿ ਕਾਲਜ ਵਿੱਚ 80 ਸਾਲ ਦੇ ਬਜ਼ੁਰਗ ਗਵਰਨਮੈਂਟ ਆਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਸੈਕਟਰੀ ਰਹੇ ਨੇ, ਸਰ ਇੰਦਰ ਸਿੰਘ ਸ਼ਾਇਦ ਨਾਂ ਸੀ ਉਹਨਾਂ ਦਾ। ਔਰ ਕਲਾਸ ਦੇ ਵਿੱਚ 200-250 ਬੰਦਿਆਂ ਦੇ ਵਿੱਚ ਉਹ ਕਹਿਣ ਲੱਗੇ ਕਿ ਮੈਂ 25-30 ਸਾਲ ਤੋਂ ਮੈਂ ਪਾਠ ਕਰਦਾ, ਡੇਲੀ ਨਿਤਨੇਮ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਮੈਂ ਕਿਤਨੇ ਹੀ ਮੈਂ ਸਹਿਜ ਪਾਠ ਕਰ ਲਏ, ਪਰ ਜ਼ਿੰਦਗੀ ਦੇ ਵਿੱਚ ਜਿਹੜਾ ਬਦਲਾਵ ਆਉਣਾ ਚਾਹੀਦਾ ਸੀ ਉਹ ਬਦਲਾਵ ਨਹੀਂ ਆ ਰਿਹਾ। ਤਾਂ ਮੈਂ ਸੱਚੀ ਜਾਣਨਾ ਕਿ ਸਾਡੀਆਂ ਸਾਰੀਆਂ ਤਕਲੀਫਾਂ ਤੇ ਦੁੱਖਾਂ ਦਾ ਕਾਰਨ ਅਸੀਂ ਆਪ ਹਾਂ। ਕਿ ਇਤਨੀ ਵੱਡੀ ਜੀਵਨ ਜਾਚ, ਇਤਨਾ ਵੇ ਆਫ ਲਾਈਫ
ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦਿੱਤਾ ਸੀ, ਪਰ ਅਸੀਂ ਕਿਸੇ ਹੋਰ ਗੱਲਾਂ ਵਿੱਚ ਮਸਰੂਫ ਹੋ ਗਏ। ਹੁਣ ਗੱਲ ਵੀ ਇਹੀ ਸੀ ਕਿ ਸਾਡਾ ਜਿਹੜਾ ਵਿਸ਼ਾ ਸੀ ਵਾਈ ਐਂਡ ਹਾਊ ਡੂ ਵੀ ਪ੍ਰੇ। ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਅਖੰਡ ਪਾਠ ਕਰਵਾਉਂਦੇ ਹਾਂ, ਸਹਿਜ ਪਾਠ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਕੀਰਤਨ ਸੁਣਦੇ ਹਾਂ। ਸਵਾਲ ਵੀ ਇਹੀ ਸੀ ਕਿ ਅਸੀਂ ਇਹ ਕਿਉਂ ਕਰਦੇ ਹਾਂ। ਔਰ ਅਸੀਂ ਗੁਰਮਤ ਕਾਲਜ ਵੱਲੋਂ ਇੱਕ ਸਰਵੇ ਕਰਵਾਇਆ ਸੀ ਕਿ ਪਤਾ ਕਰੀਏ, ਕਿ ਅਸੀਂ ਪੁੱਛੀਏ ਲੋਕਾਂ ਕੋਲ ਕਿ ਤੁਸੀਂ ਗੁਰਦੁਆਰੇ ਕਿਉਂ ਜਾਂਦੇ ਹੋ। ਤੇ ਜੇ ਇਹ ਸਮਝ ਲਿਆ ਕਿ ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ, ਤਾਂ ਫਿਰ ਸਾਰੀ ਜਿਹੜੀ ਦੂਸਰੀ ਹੈ ਕਿ ਹਾਊ ਵੀ ਸ਼ੁੱਡ ਪ੍ਰੇ, ਉਹਦੇ ਚ ਵੀ ਉਹਦਾ ਜਵਾਬ ਵੀ ਮਿਲ ਜਾਏਗਾ। ਔਰ ਜੇ ਇਸ ਨੂੰ ਸਮਝ ਲਿਆ ਤਾਂ ਦੂਸਰੇ ਸਵਾਲ ਦਾ ਜਵਾਬ ਆਪੇ ਮਿਲ ਜਾਏਗਾ। ਤੁਸੀਂ ਯਕੀਨ ਕਰਨਾ, ਸਾਨੂੰ 95-96% ਬੰਦਿਆਂ ਨੇ ਕਿਹਾ ਅਸੀਂ ਮੱਥਾ ਟੇਕਣ ਜਾਂਦੇ ਹਾਂ। ਬੜੇ ਲੋਕ ਘੱਟ ਸੀ, ਕੁਛ ਨੇ ਕਿਹਾ ਅਸੀਂ ਸੰਗਤ ਕਰਨ ਜਾਂਦੇ ਹਾਂ। ਹੁਣ ਐਨਾਲਾਈਸਿਸ ਕਰੀਏ ਕਿ ਅਸੀਂ ਗੁਰਦੁਆਰੇ ਜਾਣ ਵਾਲਿਆਂ ਦੇ ਜਿਹੜੇ ਖਿਆਲ ਜਦੋਂ ਸੁਣੇ, ਤਾਂ ਮੈਂ ਯਕੀਨ ਮੰਨਣਾ ਸਾਨੂੰ ਬੜੀ ਨਮੋਸ਼ੀ ਹੋਈ। ਬੜੇ ਲੋਕ ਮਿਲਦੇ ਹਨ ਜੋ 25-25, 30-30 ਸਾਲ ਤੋਂ ਰੋਜ਼ ਗੁਰਦੁਆਰੇ ਵੀ ਜਾਂਦੇ ਨੇ, ਪਾਠ ਵੀ ਕਰਦੇ ਨੇ, ਨਿਤਨੇਮ ਵੀ ਕਰਦੇ ਨੇ। ਗੱਲ ਸਾਰੀ ਹੋਈ ਹੈ ਕਿ ਜ਼ਿੰਦਗੀ ਵਿੱਚ ਕੋਈ ਬਦਲਾਵ ਨਹੀਂ ਆ ਰਿਹਾ ਉਹਨਾਂ ਦੇ। ਤਾਂ ਇਸ ਲਈ ਇਹ ਜਿਹੜਾ ਵਿਸ਼ਾ ਅੱਜ ਦਾ, ਇਹ ਬੜਾ ਜ਼ਰੂਰੀ ਹੈ। ਜੇ ਪਾਠ ਕਰਨ ਨਾਲ, ਨਿਤਨੇਮ ਕਰਨ ਨਾਲ, ਅਖੰਡ ਪਾਠ ਕਰਵਾਉਣ ਨਾਲ, ਗੁਰਦੁਆਰੇ ਜਾਣ ਨਾਲ, ਕੀਰਤ ਸੁਣਨ ਨਾਲ, ਸੁਣਨਾ ਹੀ ਧਰਮ ਹੈ, ਤਾਂ ਫਿਰ ਯਕੀਨ ਮੰਨਣਾ ਜੋ ਅੱਜ ਅਸੀਂ ਦੇਖ ਰਹੇ ਹਾਂ, ਤਾਂ ਫਿਰ ਅਸੀਂ ਦੇਵੀ ਦੇਵਤਿਆਂ ਤੇ ਗੁਰੂਆਂ ਤੋਂ ਵੀ ਵੱਡੇ ਧਰਮੀ ਬਣ ਜਾਂਦੇ ਹਾਂ। ਬੜੀ ਜ਼ਰੂਰਤ ਸਮਝ ਆਉਂਦੀ ਹੈ ਕਿ ਗੁਰਦੁਆਰਾ ਆਰ ਨਾਟ ਫਾਰ ਬੈਗਿੰਗ। ਅਸੀਂ ਤਾਂ ਮੰਨਤਾਂ ਮੰਨਣ ਜਾ ਰਹੇ ਹਾਂ, ਮੈਕਸਿਮਮ ਮੈਂ ਕਹਿ ਰਿਹਾ, ਗੁਰਦੁਆਰਾ ਆਰ ਫਾਰ ਲਰਨਿੰਗ। ਇਹ ਗੱਲ ਸਾਨੂੰ ਜਿਹੜੀ ਹੈ, ਇਹ ਗੱਲ ਸਾਨੂੰ ਹਰ ਬੰਦੇ ਦੇ ਵਿੱਚ ਪਾਣੀ ਚਾਹੀਦੀ, ਜਿਹੜੇ ਗੁਰਦੁਆਰੇ ਜਾਣ ਵਾਲੇ ਨੇ। ਔਰ ਯਕੀਨ ਮੰਨਣਾ, ਮੈਂ ਜਦੋਂ ਇਹ ਗੱਲ ਕਹਿਣਾ, ਜਦੋਂ ਸਾਨੂੰ ਲੋਕਾਂ ਨੇ ਕਿਹਾ ਕਿ ਅਸੀਂ ਮੱਥਾ ਟੇਕਣ ਜਾਂਦੇ ਹਾਂ, ਤਾਂ ਉਹ ਇੱਕ ਬਾਣੀ ਦੀ ਮੈਨੂੰ ਯਾਦ ਆਉਂਦੀ ਹੈ, ਬੜਾ ਖੂਬਸੂਰਤ ਮਹੱਲੇ ਪੰਜਵੇਂ ਦਾ, ਕਿ ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਈ ਧੋਵੇ ਚੱਕਰ ਬਣਾਵੇ, ਮਾਇਆ ਕੋ ਬੋਤਾਵੇ। ਹੁਣ ਬਾਹਰਲੀ ਦਿੱਖ ਵੱਲ ਅਸੀਂ ਚਲੇ ਗਏ ਹਾਂ, ਪਰ ਅੰਦਰੋਂ ਤੇ ਬਾਹਰੋਂ ਜਿਹੜੀ ਹੈ ਉਹ ਅਸੀਂ ਜਿਹੜੀ ਬਾਣੀ ਕਹਿ ਰਹੀ ਹੈ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਤੋ ਇੱਕ ਇਹ ਵੀ ਬਾਣੀ ਵਿੱਚ ਆਉਂਦਾ ਹੈ, ਛੋਡੀਲੇ ਪਖੰਡਾ। ਇਹ ਜਿਹੜੇ ਪਖੰਡ ਨੇ, ਮੈਂ ਤੁਹਾਨੂੰ ਦੱਸਾਂ, ਪੂਰਨ ਸਿੰਘ ਦੀ ਮੈਂ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹ ਲਿਖਦੇ ਨੇ ਕਿ ਇੱਕ ਤਵਾਇਫ ਜਾ ਰਹੀ ਸੀ, ਤੇ ਉਸ ਨੂੰ ਇੱਕ ਬੰਦਾ, ਸੰਤ, ਗੇਰੂਏ ਕੱਪੜੇ ਪਾਏ ਨੇ, ਹੱਥ ਵਿੱਚ ਮੱਲ ਹੈ, ਉਹਨੂੰ ਪੁੱਛਦਾ ਤੂੰ ਕੌਣ ਹੈ। ਇਹਨੂੰ ਬੜਾ ਸਮਝਣਾ, ਉਹ ਕਹਿੰਦੀ ਕਿ ਮੈਂ ਤਾਂ ਜੋ ਹਾਂ ਉਹ ਦੀਂਦੀ ਹਾਂ। ਫਿਰ ਅੱਗੋਂ ਉਸਨੇ ਸਵਾਲ ਕਿਹਾ, ਤੂੰ ਤਾਂ ਉਹੀ ਹੈ ਨਾ ਜੋ ਦੀਂਦਾ ਹੈ। ਹੁਣ ਪ੍ਰੋਬਲਮ ਇਹ ਆ ਗਈ ਕਿ ਕੱਪੜੇ ਪਾ ਕੇ ਹੀ ਆਪਣੇ ਆਪ ਨੂੰ ਧਰਮੀ ਅਖਵਾਇਆ ਜਾ ਰਿਹਾ ਹੈ, ਲੇਕਿਨ ਜਿਹੜੀ ਅੰਦਰ ਦੀ ਗੱਲ ਸੀ, ਅੰਦਰੋਂ ਅੰਨਾ ਬਾਹਰੋਂ ਅੰਨਾ, ਉੱਥੋਂ ਮੈਨੂੰ ਲੱਗਦਾ ਹੈ ਕਿ ਅਸੀਂ ਜੋ ਹੈ ਉੱਥੋਂ ਮਹਿਰੂਮ ਆ। ਤਾਂ ਆਪਣੇ ਅੰਦਰ ਦਾ ਦੀਵਾ ਬਾਲਣਾ ਹੈ ਤਾਂ ਤੇਲ ਖੋਜਣਾ ਪਵੇਗਾ, ਔਰ ਤੇਲ ਜਿਹੜਾ ਉਹ ਸ਼ਬਦ ਹੈ, ਸੁਰਤ ਹੈ, ਲਰਨਿੰਗ ਹੈ। ਮੈਂ ਪੜ੍ਹ ਰਿਹਾ ਸੀ ਰਹਿਤ ਮਰਿਆਦਾ ਦੀ ਕਿਤਾਬ, ਉਹਦੇ ਵਿੱਚ ਲਿਖਿਆ ਸੀ ਕਿ ਗੁਰੂ ਦੇ ਦਰਸ਼ਨ ਕਿਵੇਂ ਕਰਨੇ ਨੇ, ਮੀਨ ਗੁਰਦੁਆਰੇ ਜਾ ਕੇ ਕਿਸ ਤਰ੍ਹਾਂ ਫੀਲ ਕਰਨਾ ਕਿ ਅਸੀਂ ਪਰਮਾਤਮਾ ਨੂੰ ਮਿਲਣਾ। ਤੇ ਉਹ ਕਹਿੰਦੇ ਨੇ ਮੱਥਾ ਟੇਕਣਾ ਇਹ ਪੂਰਨ ਤੌਰ ਤੇ ਸਮਰਪਣ ਹੈ, ਫਿਰ ਸੰਗਤ ਕਰਨੀ, ਔਰ ਉਸ ਤੋਂ ਬਾਅਦ ਫਿਰ ਘੱਟ ਤੋਂ ਘੱਟ ਥਾਟ ਆਫ ਦਾ ਡੇ ਦੇ ਨੂੰ ਪੜ੍ਹ ਕੇ ਤੇ ਉਹਨੂੰ ਸਮਝਣਾ। ਤੇ ਇਹ ਤਾਂ ਹੀ ਸਮਝ ਆਏਗਾ ਕਿ ਪਾਠ ਦਾ ਮੋਟਿਵ ਕੀ ਹੈ। ਇਹ ਅੱਜ ਸਾਨੂੰ ਇਹਦੀ ਕਲੈਰਿਟੀ ਨਹੀਂ ਸਮਝ ਆ ਰਹੀ ਕਿ ਅਸੀਂ ਪਾਠ ਕਿਉਂ ਕਰਦੇ ਹਾਂ। ਤਾਂ ਮੈਨੂੰ ਜਦੋਂ ਮੈਂ ਗੁਰੂ ਨਾਨਕ ਨੂੰ ਪੜ੍ਹਦਾ, ਜਦੋਂ ਮੈਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਨੂੰ ਪੜ੍ਹਦਾ, ਕਿਉਂਕਿ ਸਾਡਾ ਪਹਿਲੇ ਜਦੋਂ ਇੰਟਰੋਡਕਸ਼ਨ ਸਾਡੀ ਮੀਟਿੰਗ ਹੋਈ ਸੀ, ਉਸ ਵਿੱਚ ਹੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਗੱਲ ਹੋਈ ਸੀ। ਤੇ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝਣਾ ਬੜਾ ਜ਼ਰੂਰੀ ਹੈ। ਗੁਰੂ ਨਾਨਕ ਦਾ ਸਿਧਾਂਤ ਲਾਈਟ ਔਨ ਪਾਥ ਹੈ, ਰਸਤੇ ਦੀ ਰੋਸ਼ਨੀ, ਜ਼ਿੰਦਗੀ ਦੇ ਰਸਤੇ ਦੀ ਰੋਸ਼ਨੀ। ਇਹ ਰੋਸ਼ਨੀ ਸ਼ਿਸ਼ ਲਈ ਹੈ, ਲਰਨਰ ਲਈ ਹੈ। ਸ਼ਿਸ਼ ਦਾ ਅਰਥ ਕੀ ਹੈ? ਜੋ ਸਿੱਖਣ ਲਈ ਤਿਆਰ ਰਵੇ, ਹਰ ਟਾਈਮ ਤਿਆਰ ਰਵੇ। ਜੋ ਅਗਿਆਨੀ ਹੈ ਉਹ ਹੀ ਸ਼ਿਸ਼ ਹੋ ਸਕਦਾ ਹੈ। ਹੁਣ ਇੱਥੇ ਸਮਝਣਾ ਕਿ ਅਗਿਆਨਤਾ, ਗਿਆਨ ਔਰ ਅਗਿਆਨ ਇੱਕ ਦੂਜੇ ਦੇ ਆਪੋਜ਼ਿਟ ਨਹੀਂ ਹੈ। ਅਗਿਆਨਤਾ ਜਿਹੜੀ ਹੈ ਇਹ ਗਿਆਨ ਦੀ ਪੂਰਵ ਅਵਸਥਾ ਹੈ।
ਪਰ ਸਾਨੂੰ ਇਹ ਭਰਮ ਔਰ ਇਲੂਜ਼ਨ ਹੋ ਗਿਆ ਕਿ ਅਸੀਂ ਗਿਆਨੀ ਹੋ ਗਏ। ਥੋੜੀ ਜੀ ਦੋ ਬਾਣੀਆਂ ਯਾਦ ਹੋ ਗਈਆਂ, ਥੋੜੀ ਜੀ ਗੁਰਬਾਣੀ ਨੂੰ ਯਾਦ ਕਰ ਲਿਆ, ਪਾਠ ਯਾਦ ਕਰ ਲਿਆ, ਮੈਮਰੀ ਕਰ ਲਈ, ਤਾਂ ਉਸ ਵਿੱਚ ਹੀ ਗਲਤ ਫਹਿਮੀਆਂ ਹੋ ਜਾਂਦੀਆਂ ਨੇ। ਅਸੀਂ ਸ਼ਿਸ਼ ਦੀ ਤਰ੍ਹਾਂ ਇਹ ਸ਼ਬਦ ਗੁਰੂ ਨੂੰ ਨਾ ਪੜ੍ਹ ਰਹੇ ਹਾਂ, ਨਾ ਸਮਝ ਰਹੇ ਹਾਂ, ਔਰ ਗੁਰਬਾਣੀ ਦੇ ਸ਼ਬਦ ਸਾਡੇ ਕੰਨਾਂ ਵਿੱਚ ਪੈਣ ਔਰ ਸਾਡੇ ਵਿੱਚ ਹਲਚਲ ਨਾ ਹੋਵੇ, ਤਾਂ ਇਹ ਫਿਰ ਤੈਅ ਹੈ ਕਿ ਦੇਰ ਇਜ਼ ਸਮਥਿੰਗ ਰੋਂਗ। ਔਰ ਇਹ ਕੇਵਲ ਮਾਤਰ ਕੀ ਕਹਿੰਦੇ ਨੇ ਸ਼ਬਦ ਜਿਹੜਾ ਇੱਕ ਵਰਡ ਨਹੀਂ ਹੈ, ਅਸੀਂ ਨਹੀਂ ਸਮਝਦੇ। ਇਸੇ ਲਈ ਜਿਹੜੀਆਂ ਜ਼ਿੰਦਗੀਆਂ ਦੀ ਟਰਾਂਸਫੋਰਮੇਸ਼ਨ ਹੈ ਉਹ ਨਹੀਂ ਹੋ ਰਹੀ। ਔਰ ਗੁਰਦੁਆਰਾ ਸੰਸਥਾ ਜਿਹੜੀ ਹੈ, ਗੁਰਦੁਆਰੇ ਤੱਕ ਆਉਣਾ ਇਹ ਇੱਕ ਸਰੀਰਕ ਪ੍ਰਕਿਰਿਆ ਨਹੀਂ ਹੈ। ਇਹ ਸਰੀਰਕ ਪ੍ਰਕਿਰਿਆ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਸ਼ਬਦ ਤੱਕ, ਗੁਰਬਾਣੀ ਤੱਕ ਪਹੁੰਚਣਾ ਆਤਮਿਕ ਪ੍ਰਕਿਰਿਆ ਹੈ, ਔਰ ਆਪ ਜਾਣਾ ਉਹਨੂੰ ਸਰੀਰਕ ਪ੍ਰਕਿਰਿਆ ਹੈ। ਅਧਿਆਤਮਕ ਪ੍ਰਕਿਰਿਆ ਵੱਲ ਵੀ ਸਾਨੂੰ ਧਿਆਨ ਦੇਣਾ ਪਏਗਾ। ਮੈਂ ਪਹਿਲੇ ਕਹਿ ਦਿੱਤਾ ਕਿ ਸ਼ਬਦ ਵਿੱਚੋਂ, ਗੁਰਬਾਣੀ ਵਿੱਚੋਂ ਖੁਦ ਪ੍ਰਸਤੀ ਤੋਂ ਖੁਦਾ ਪ੍ਰਸਤੀ ਦਾ ਰਾਹ ਢੂੰਡਣਾ ਹੈ। ਮੈਂ ਫਿਰ ਰਿਪੀਟ ਕਰ ਦਿਆਂ, ਪਰ ਇਹ ਰਾਹ, ਖੁਦਾ ਪ੍ਰਸਤੀ ਦਾ ਰਾਹ, ਅਸੀਂ ਸਿਰਫ ਕੀਰਤਨ ਦਰਬਾਰ ਤੇ ਮੱਥੇ ਟੇਕਣ ਵਿੱਚ ਹੀ ਖੋਜ ਰਹੇ ਹਾਂ। ਅਸੀਂ ਕੇਵਲ ਪ੍ਰਗਟ ਗੁਰਾਂ ਕੀ ਦੇਹ ਨਾਲ ਭਾਵ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਜੁੜ ਗਏ ਹਾਂ, ਤੇ ਇਹ ਸਰੂਪ ਦੇ ਸਤਕਾਰ ਔਰ ਜਿਹੜੀ ਸਰੂਪ ਦਾ ਸਤਕਾਰ ਤੇ ਬੇਅਦਬੀਆਂ ਵਿੱਚ ਅਸੀਂ ਉਲਝ ਗਏ। ਰੋਜ਼ ਅਸੀਂ ਗੁਰਦੁਆਰਾ ਸਾਹਿਬ ਵਿੱਚ ਵੀ, ਘਰ ਵੀ ਅਰਦਾਸ ਕਰਦੇ ਹਾਂ, ਤਾਂ ਅਸੀਂ ਇੱਕ ਦੁਆ ਹੈ ਕਿ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਮੈਨੂੰ ਲੱਗਦਾ ਅਸੀਂ ਕੌਮੀ ਤੌਰ ਤੇ ਸਿਰਫ ਅਸੀਂ ਇੱਥੋਂ ਤੱਕ ਤਾਂ ਪ੍ਰੈਕਟੀਕਲੀ ਕਰ ਰਹੇ ਹਾਂ, ਪਰ ਅਗਲੀ ਜਿਹੜੀ ਗੱਲ ਸੀ, ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੇ ਲੈ। ਹੁਣ ਅਸੀਂ ਆਪਣੇ ਸਿਰ ਨੀਵਾ ਕਰਕੇ ਸੋਚੀਏ ਕਿ ਜਦੋਂ ਵੀ ਅਸੀਂ ਪਾਠ ਕਰਦੇ ਹਾਂ, ਖੋਜ ਸ਼ਬਦ ਮੇ ਲੈ ਕਿੰਨੇ % ਲੋਕ ਕਰਦੇ ਨੇ। ਜਦ ਤੱਕ ਸ਼ਬਦ ਵਿੱਚ ਅਸੀਂ ਖੋਜਾਂਗੇ ਨਹੀਂ ਕਿ ਗੁਰੂ ਸਾਹਿਬ ਸਾਨੂੰ ਮੈਸੇਜ ਕੀ ਦੇਣਾ ਚਾਹ ਰਹੇ ਨੇ। ਹੁਣ ਇਸ ਨੂੰ ਸਮਝੀਏ, ਪ੍ਰਗਟ ਗੁਰਾਂ ਕੀ ਦੇ ਕਿਉਂ ਕਿਹਾ ਗਿਆ? ਇਹ ਇਸ ਲਈ ਕਿਹਾ ਗਿਆ, ਇਹ ਤਾਕੀਦ ਸੀ ਕਿ ਗੁਰੂ ਨੂੰ ਪ੍ਰਗਟ ਦੀ ਤਰ੍ਹਾਂ, ਆਪਣੇ ਪ੍ਰਗਟ ਸਰੂਪ ਦੀ ਤਰ੍ਹਾਂ ਜਾਣਨਾ ਹੈ ਕਿ ਗੁਰੂ ਮੇਰੇ ਸਾਹਮਣੇ ਜਿੰਦਾ ਬੈਠਾ ਹੈ। ਕਿਉਂਕਿ ਬੇਜਾਨ ਗੁਰੂ ਨੂੰ ਤਾਂ ਮਾਲਕ ਬਣਿਆ ਜਾ ਸਕਦਾ ਹੈ, ਲੇਕਿਨ ਜਿਹੜਾ ਪ੍ਰਗਟ ਗੁਰੂ ਹੈ ਉਸ ਦਾ ਮਾਲਕ ਨਹੀਂ ਬਣਿਆ ਜਾ ਸਕਦਾ। ਜਿਉਂਦਾ ਗੁਰੂ ਦਾ ਮਾਲਕ ਸੀ ਸਾਡਾ ਗੁਰੂ, ਤੇ ਮਾਲਕ ਬਣ ਗਏ ਅਸੀਂ ਬੇਜਾਨ ਗੁਰੂ ਦੇ। ਗੁਰੂ ਗ੍ਰੰਥ ਸਾਹਿਬ ਤੇ ਅਸੀਂ ਇਤਨੀਆਂ ਜਿਹੜੀਆਂ ਨੇ ਉਹ ਪਾਬੰਦੀਆਂ ਲਗਾਤੀਆਂ, ਇਸ ਤਰ੍ਹਾਂ ਸਤਕਾਰ ਕਰਨ ਦੀਆਂ ਗੱਲਾਂ ਕਰ ਦਿੱਤੀਆਂ ਕਿ ਇਸ ਪੂਰੇ ਸਿਸਟਮ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸੀ ਸੱਚੇ ਗੱਲ ਵਿੱਚ, ਉਹ ਡਰਦੇ ਮਾਰੇ ਉਹ ਹੁਣ ਸ਼ਾਇਦ ਜੋ ਹੈ ਇਸ ਤੋਂ ਪਿੱਛੇ ਹੋ ਰਹੇ ਨੇ। ਗੁਰੂ ਦੇ ਤਾਂ ਮਾਲਕ ਬਣਿਆ ਹੀ ਨਹੀਂ ਜਾ ਸਕਦਾ। ਤਾਂ ਮੈਂ ਇਹ ਕਹਿ ਰਿਹਾ ਕਿ ਜੇ ਅਸੀਂ ਖੋਜ ਸ਼ਬਦ ਮੇ ਲੈ ਨਹੀਂ ਕਰ ਰਹੇ ਤਾਂ ਇਹ ਸਮਝ ਰਹੇ ਹਾਂ ਕਿ ਇਹ ਜਿਹੜਾ ਬੇਜਾਨ ਗੁਰੂ ਹੈ, ਠੀਕ ਹੈ। ਔਰ ਇਹ ਅਸੀਂ ਦੇਖਦੇ ਵੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ ਹੋਲ ਹਿਊਮੈਨਿਟੀ, ਕਿਉਂਕਿ ਬੜੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਮੈਨੂੰ ਨਹੀਂ ਪਤਾ ਤੁਸੀਂ ਕਰਦੇ ਹੋ। ਇੱਥੇ ਇੱਕ ਸਿੰਧੀਆਂ ਦਾ ਪਰਿਵਾਰ ਹੈ, ਉੱਥੋਂ ਕੁਝ ਗਏ ਲੋਕ ਔਰ ਉੱਥੋਂ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲਿਆਏ ਜੀ, ਤੁਸੀਂ ਇੱਥੇ ਇਹਦਾ ਸਤਕਾਰ ਠੀਕ ਨਹੀਂ ਕਰਦੇ। ਤਾਂ ਅਸੀਂ ਸ਼ਬਦ ਗੁਰੂ ਦੀ ਸੰਸਥਾ ਤੋਂ ਦੂਰ ਹੋ ਚੁੱਕੇ ਹਾਂ। ਸ਼ਬਦ ਗੁਰੂ ਦੀ ਸੰਸਥਾ ਤੋਂ ਜੋ ਹੈ ਦੂਰ ਹੋ ਚੁੱਕੇ ਹਾਂ, ਔਰ ਪਰਿਕਰਮਾ ਕਰਨਾ ਔਰ ਜੋ ਹੈ ਮੱਥੇ ਟੇਕਣ ਤੱਕ ਅਸੀਂ ਜੋ ਹੈ ਉਹ ਸੀਮਤ ਹੋ ਗਏ ਹਾਂ। ਸ਼ਬਦ ਬੋਲਣ ਨਾਲ, ਸਮਝਣ ਨਾਲ ਜੀਵਤ ਹੋ ਜਾਂਦਾ ਹੈ, ਅਤੇ ਇਹ ਜੀਵਤ ਸ਼ਬਦ ਹੀ ਇੱਕ ਹਿਰਦੇ ਤੋਂ ਦੂਸਰੇ ਹਿਰਦੇ ਤੱਕ ਵਿੱਚ ਪ੍ਰਵੇਸ਼ ਹੋ ਸਕਦਾ ਹੈ। ਪਰ ਅਸੀਂ ਸ਼ਬਦ ਰੂਪੀ ਬਾਣੀ ਨੂੰ ਪੜ੍ਹਦੇ ਜ਼ਰੂਰ ਹਾਂ, ਸ਼ਾਇਦ ਸਮਝਦੇ ਵੀ ਹਾਂ, ਪਰ ਅਮਲ ਦੇ ਵਿੱਚ ਨਹੀਂ ਲਿਆ ਪਾ ਰਹੇ। ਤੋ ਗੁਰੂ ਨਾਨਕ ਸਾਹਿਬ ਦੇ ਧਰਮ ਦੀ ਬੁਨਿਆਦ ਅਤੇ ਉਹਦੇ ਸਿਧਾਂਤ ਤੇ ਸੰਕੇਤਾਂ ਨੂੰ ਸਮਝੇ ਬਿਨਾਂ ਮੈਂ ਦਾਅਵੇ ਨਾਲ ਕਹਿਣਾ ਕਿ ਸਿੱਖੀ ਨੂੰ ਸਮਝਣਾ ਜੋ ਹੈ ਉਹ ਨਾਮੁਮਕਿਨ ਹੈ। ਇਸੇ ਲਈ ਜਿਹੜੀ ਗੁਰੂ ਨਾਨਕ ਸਾਹਿਬ ਨੇ ਇੱਕ ਇੰਸਟੀਟਿਊਸ਼ਨ, ਮੈਂ ਕਹਿ ਲਵਾਂ, ਸ਼ਬਦ ਗੁਰੂ ਸੁਰਤ ਧੁਨ ਚੇਲਾ ਦੀ ਜਿਹੜੀ ਗੱਲ ਕੀਤੀ, ਸ਼ਬਦ ਅਤੇ ਸੁਰਤ ਨੂੰ ਸਮਝਣਾ, ਇਹਨਾਂ ਦੇ ਪਰਸਪਰ ਆਪਸੀ ਸੰਬੰਧਾਂ ਨੂੰ ਸਮਝਣਾ, ਪੂਰੀ ਬਾਤ ਸਮਝਣ ਤੋਂ ਬਾਅਦ ਹੀ ਫਿਰ ਇਹ ਅਮਲ ਵਿੱਚ ਆਏਗੀ। ਸ਼ਬਦ ਜਾਂ ਨਾਮ ਇੱਕ ਹੀ ਹਨ। ਪਹਿਲੀ ਗੱਲ ਤਾਂ ਮੈਂ ਇੱਕ ਸ਼ਾਇਦ ਇਹ ਕੰਟੈਸਟ ਤਾਂ ਨਹੀਂ, ਪਰ ਮੈਂ ਜ਼ਰੂਰ ਗੱਲ ਕਰਦੇ ਹਾਂ, ਨਾਮ ਸਿਮਰਨ ਦੇ ਉੱਤੇ ਬੜੇ ਕਨਫਿਊਜ਼ਨ ਨੇ
ਅਸੀਂ ਨਾਮ ਸਿਮਰਨ ਤੇ ਵੀ ਕਦੀ ਮੌਕਾ ਮਿਲੇਗਾ ਤੇ ਜ਼ਰੂਰ ਕੋਈ ਨਾ ਕੋਈ ਵਿਸ਼ਾ ਅਸੀਂ ਲਵਾਂਗੇ। ਪਰ ਇਹ ਤੈਅ ਹੈਗਾ ਕਿ ਅੱਜ ਨਾਮ ਸਿਮਰਨ ਨੂੰ ਵੀ ਮਿਸਇੰਟਰਪ੍ਰੇਟ ਕੀਤਾ ਜਾ ਰਿਹਾ, ਉਹਨੂੰ ਸਮਝਿਆ ਨਹੀਂ ਜਾ ਰਿਹਾ। ਸ਼ਬਦ ਤੇ ਨਾਮ ਤੱਕ ਪਹੁੰਚਣ ਲਈ ਸੁਰਤ ਦਾ ਹੋਣਾ ਜ਼ਰੂਰੀ ਹੈ, ਸੁਰਤੀ ਹੋਣਾ ਅਵਸ਼ਕ ਹੈ। ਇਸ ਲਈ ਗੁਰੂ ਨਾਨਕ ਨੇ ਸ਼ਬਦ ਤੇ ਸੁਰਤ ਨੂੰ ਇੱਕ ਜੋ ਹੈ ਮਿਲਾਉਣ ਦੀ ਕੋਸ਼ਿਸ਼ ਕੀਤੀ, ਇੰਟਰਕਨੈਕਟ ਕਰਾਉਣ ਦੀ ਕੋਸ਼ਿਸ਼ ਕੀਤੀ। ਤੋ ਅਸੀਂ ਜਦੋਂ ਆਪਣੀ ਅੱਜ ਪ੍ਰੈਕਟਿਸ ਵਿੱਚ ਦੇਖ ਰਹੇ ਹਾਂ ਤਾਂ ਸ਼ਰਧਾ ਪੂਜਾ ਸਾਡੀ ਵੱਧ ਗਈ ਹੈ, ਗਿਆਨ ਘਟਾ ਲਿਆ ਸੀ। ਔਰ ਇੱਕ ਪ੍ਰਸ਼ਨ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਣ ਵਾਲਿਆਂ ਦੇ ਜ਼ਿਹਨਾਂ ਵਿੱਚ ਉਪਜਦਾ ਹੈ ਉਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੁੱਤ ਪੂਜਾ ਵਾਂਗ ਜਾਂ ਮੂਰਤੀ ਪੂਜਾ ਵਾਂਗ ਤਾਂ ਨਹੀਂ ਪੂਜ ਰਹੇ। ਇਹ ਇੱਕ ਬਹੁਤ ਵੱਡਾ ਸਵਾਲ ਹੈ ਜੋ ਅਸੀਂ ਜਦੋਂ ਆਪਣੇ ਦੇਖਦੇ ਹਾਂ ਆਸ-ਪਾਸ, ਇਹ ਸਾਡੇ ਜ਼ਿਹਨਾਂ ਵਿੱਚ ਆ ਰਿਹਾ ਹੈ। ਔਰ ਬੜਾ ਸਮਝਣਾ ਕਿ ਜੋ ਕੌਮਾਂ ਕਰਮ ਕਾਂਡਾਂ ਤੇ ਰਸਮ ਰਿਵਾਜ਼ਾਂ ਨੂੰ ਹੀ ਧਰਮ ਸਮਝ ਲੈਂਦੇ ਨੇ, ਉਹ ਫਿਰ ਅਗਿਆਨਤਾ ਦੇ ਦਲ ਦੇ ਵਿੱਚ ਜੋ ਹੈ ਉਹ ਫਸ ਜਾਂਦੇ ਨੇ। ਮੈਂ ਤਾਂ ਸ਼ਾਇਦ ਪਤਾ ਨਹੀਂ ਪਹਿਲੀ ਮੀਟਿੰਗ ਵਿੱਚ ਇਹ ਗੱਲ ਕੀਤੀ ਕਿ ਨਹੀਂ ਕੀਤੀ ਕਿ ਮੈਂ ਬ੍ਰਹਮਤੋੜ ਸਿੰਘ ਇੱਕ ਕਿਤਾਬ ਪੜ੍ਹੀ ਸੀ ਜਿਹਦੇ ਵਿੱਚ ਕਿਹਾ ਗਿਆ ਕਿ ਦੁਨੀਆ ਦਾ ਸਭ ਤੋਂ ਵੱਡਾ ਭਰਮ ਜਿਹੜਾ ਹੈ ਉਹ ਅਗਿਆਨਤਾ ਹੈ। ਤੋ ਇਹ ਭਰਮ ਨੂੰ ਤੋੜਨਾ, ਗਿਆਨ ਜਿਹੜਾ ਹੈ, ਇਹ ਗਿਆਨ ਰਾਹੀਂ ਜੋ ਹੈ ਇਹ ਭਰਮ ਟੁੱਟ ਸਕਦਾ ਹੈ। ਔਰ ਇਸੇ ਗਿਆਨ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਔਰ ਸੁਰਤ ਧੁਨ ਚੇਲਾ ਰਾਹੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਜਿਹੜਾ ਵਿਸ਼ਾ ਹੈ ਇਹ ਬੜਾ ਭਾਵੁਕ ਹੈ। ਭਾਵੁਕਤਾ ਨੂੰ ਮਹਿਸੂਸ ਕਰਾਂਗੇ ਤਾਂ ਸਮਝਾਂਗੇ, ਕਿਉਂਕਿ ਵਿਚਾਰ ਤੇ ਆਚਾਰ ਇਸ ਵਿੱਚ ਇੱਕ ਡੂੰਘੀ ਖਾਈ ਖੁਦ ਚੁੱਕੀ ਹੈ। ਕਿਉਂਕਿ ਮੈਂ ਬੜੀ ਵਾਰ ਕਹਿਣਾ ਕਿ ਧਰਮ ਦੇ ਦੋ ਪੱਖ ਬੜੇ ਜ਼ਰੂਰੀ ਨੇ, ਉਹ ਇੱਕ ਹੈ ਵਿਸ਼ਵਾਸ ਔਰ ਇੱਕ ਹੈ ਵਿਚਾਰ, ਔਰ ਉਸ ਤੋਂ ਬਾਅਦ ਆਚਾਰ ਅਮਲ। तो मैं जो गल कहना चाह रहा, विचार ते आचार विच एक डूंगी खाई खुद चुकी है और असी अखां हुंदे होए भी जिवें उस नूं अनदिखा कर रहे हैं, असी नहीं देख पा रहे। एक इहदे लई मैं एक छोटी जी कहानी मैं कित्थे पढ़ी सी कि एक बंदा किसी सरां विच गया, कोई यात्री सी, और उस सरां विच एक पिंजरे विच एक तोता सी, और वो तोता लगातार हर टाइम यही बोलता सी कि आज़ादी आज़ादी आज़ादी। और रात नूं डिस्टर्ब हो रहा सी ते उसने जाके उस पिंजरे चों उस तोते नूं कढ़िया। वो निकलदा नहीं सी, बड़ी मुश्किल उसने कढ़ के उड़ा दिता और फिर आके सो गया। सवेरे उठया ते फिर ओही तोता उस पिंजरे विच सी और आज़ादी 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 कह रहा सी। इस कंटेस्ट में मैं कहना यह चाहना कि गुरु साहब ने गुरबाणी राही, गुरु ग्रंथ साहब सानू वहमा भरमा कर्म कांडा तो उस पिंजरे तो बाहर कढ़ रहे हैं, और असी फिर उस कर्म कांडा नू वार वार उस पिंजरे दे विच असी कैद हो रहे हैं। इस गल नू बड़ी चंगी तरह समझना कि आकाश वाल उठदे दरखत दी उचाई उस दियां जड़ां दी गहराई ते आधारित हुंदी है। एक कुदरत दा नियम है और ये जीवन ते भी लागू हुंदा है। जड़ां दी गहराई तो मेरी मुराद सवे ज्ञान है, आत्म ज्ञान है, और सानू ज्ञान रूपी दीवा जगाना पवेगा। गुरबाणी तो सानू समझा रही सी तेल दीवा बिन तेल दीवा क्यों जले। श्री राग महला पहले दा शब्द है और बड़ा खूबसूरत शब्द है कि बिन तेल दीवा क्यों जले, कि तेल तो बिना दीवा किवें बल सकता है। पोथी पुराण कमाईए, ये जेड़े साडे धर्म ग्रंथ ने, इन्हां अनुसार सानू जीवन जीना पएगा। फिर अगे किड्डी गजब की गल कही है, भो वट्टी इत तन पाइए, कि जरा परमात्मा दा भो है, डर है, दीवे दी पट्टी दे रूप विच पा दिओ। फिर कहंदे ने सच बूझन आन जलाइए, ये तेल दीवा इयों जले। जदों सच दी अग्नि जलाओगे उहदे विच, ये तेल दा जेड़ा दीवा है, दीवा इत्थे कहा गया साडी बॉडी नूं, ये तां जलना है। तो फिर अगे की कह रहे ने, एक शब्द फिर श्लोक महला पहले दा ही, दीवा बले अंधेरा जाए। जदों दीपक जाग पेगा तो फिर अंधेरा दूर हो जाएगा। बेत पाठ मत पापा खाए, उगवे सूर न जापे चंद, जै ज्ञान प्रगास अज्ञान मिटंत। अज्ञानता जिहड़ी है ये भरम है, ये उत्थे ओ तां मिटेगा जे ज्ञान आ जाएगा। तो इसलिए मैं वार वार
ਸਿਰਫ ਬਾਣੀ ਨੂੰ ਪੜਨ ਨਾਲ, ਕੇਵਲ ਪੜਨ ਤੱਕ ਸੀਮਤ ਨਹੀਂ ਕਰਨਾ। ਕਿੱਡਾ ਖੂਬਸੂਰਤ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਫਰਮਾਨ ਸੀ, ਸਾਨੂੰ ਤਾਂ ਵਾਰ-ਵਾਰ ਦੱਸਿਆ ਗਿਆ ਸੀ ਕਿ ਕਿਆ ਪੜੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਲੋ ਜੀ, ਹੁਣ ਇਹ ਉਹੀ ਬਜ਼ੁਰਗ ਜਿਹੜੇ ਮੈਨੂੰ ਕਹਿੰਦੇ ਨੇ ਕਿ ਮੈਂ ਇੰਨੀ ਵਾਰ ਪੜਿਆ, ਮੈਂ ਇੰਨੀ ਵਾਰ ਪਾਠ ਕੀਤਾ, ਪਰ ਮੇਰੇ ਵਿੱਚ ਕੋਈ ਬਦਲਾਵ ਨਹੀਂ ਆਇਆ। ਇਹ ਤਾਂ ਬਾਣੀ ਨੇ ਵੀ ਕਹਿ ਦਿੱਤਾ ਕਿ ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਸਹਿਜ ਨਹੀਂ ਮਿਲ ਰਿਹਾ ਤਾਂ ਫਿਰ ਇੱਕ ਇੰਗਲਿਸ਼ ਦੀ ਬੜੀ ਵਧੀਆ ਕਹਾਵਤ ਹੈ ਕਿ however may holy words you read, however may holy words you speak, what good will they do, what good will they do you if you do not understand and act upon them। ਇਹ ਬੜਾ ਸਿੱਧਾ ਤੇ ਸਪਸ਼ਟ ਹੈ ਕਿ ਸਿਰਫ ਪਾਠ ਕਰਨਾ ਕਾਫੀ ਹੈ, ਕਿ ਪਾਠ ਕੰਠ ਕਰ ਲੈਣਾ ਕਾਫੀ ਹੈ, ਕਿ ਸਰੂਪ ਹੀ ਕਾਫੀ ਹੈ। ਇਹ ਜਿਹੜਾ ਸਿਰਫ ਪਾਠ ਕਰਨ ਨਾਲ ਜਿਹੜੀ ਆਮ ਦੇਖਦੇ ਆ ਹੋਮੇ ਹੋ ਜਾਂਦੀ ਹੈ। ਤਾਂ ਇੱਕ ਮੇਰੇ ਸਾਹਮਣੇ ਬੜੀਆਂ ਖੂਬਸੂਰਤ ਗੱਲਾਂ ਆ ਰਹੀਆਂ ਨੇ। ਕਬੀਰ ਬਾਣੀ, ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨਹੀਂ ਹੈ, ਮੈਂ ਕਬੀਰ ਬਾਣੀ ਪੜ੍ਹੀ ਹੈ, ਉਹਦੇ ਤੇ ਇੱਕ ਕਿਤਾਬ ਪੜ੍ਹੀ ਸੀ, ਉਹਦੇ 'ਚ ਕੁਝ ਗੱਲਾਂ ਕਬੀਰ ਨੇ ਕਹੀਆਂ। ਉਹ ਕਹਿੰਦਾ ਕਿ ਰਾਮ ਕਿਆ ਦੁਨੀਆ ਗਤ ਪਾਵੇ। ਇਹ ਕੁਐਸਚਨ ਕਰ ਰਹੇ ਨੇ ਕਿ ਰਾਮ ਰਾਮ ਕਹਿਣ ਨਾਲ ਦੁਨੀਆ ਤੋਂ ਤੁਹਾਨੂੰ ਮੁਕਤੀ ਮਿਲ ਜਾਏਗੀ। ਫਿਰ ਨਾਲ ਅੱਗੇ ਕਹਿ ਰਹੇ ਨੇ ਖਾਂਡ ਕਿਹਾ ਮੁਖ ਮਿੱਠਾ, ਕਿ ਖੰਡ ਕਹਿਣ ਨਾਲ ਮੁਖ ਮਿੱਠਾ ਹੋ ਜਾਏਗਾ। ਜਲ ਕਹਿ ਤ੍ਰਿਸ਼ਾ ਬੁਝਾਈ, ਕਿ ਪਾਣੀ ਪਾਣੀ ਕਵਾਂਗੇ ਕਿ ਤਾਂ ਸਾਡੀ ਤ੍ਰਿਸ਼ਨਾ ਜਿਹੜੀ ਹੈ, ਪਿਆਸ ਮਿਟ ਜਾਏਗੀ। ਭੋਜਨ ਕਿਹਾ ਭੂਖ ਜੇ ਭਾਜੇ, ਤਾਂ ਸਭ ਕੋਈ ਤਿਰ ਜਾਈ। ਜੇ ਰੋਟੀ ਰੋਟੀ ਕਹਿਣ ਨਾਲ, ਭੋਜਨ ਕਹਿਣ ਨਾਲ ਕੀ ਸਾਡੀ ਭੁੱਖ ਮਿਟ ਜਾਏਗੀ। ਫਿਰ ਅੱਗੇ ਪੁਜਾਰੀ ਨੂੰ ਕਹਿੰਦੇ ਨੇ ਪੰਡਤ ਵਾਦ ਵਿਦਬਦਨ ਤੇ ਝੂਠਾ। ਇਹ ਜਿਹੜੇ ਤੂੰ ਵਾਦ ਵਿਵਾਦ ਕਰਦਾ ਹੈ ਨਾ ਕਿ ਪਾਣੀ ਪੜ, ਤੂੰ ਇਹ ਮੰਤਰ ਪੜ, ਤੂੰ ਇਹ ਕਰ, ਤੇਰਾ ਇਹ ਕੰਮ ਹੋ ਜਾਏਗਾ, ਇਹ ਸਭ ਝੂਠ ਹੈ। ਔਰ ਜਦੋਂ ਭਾਈ ਗੁਰਦਾਸ ਜੀ ਤੇ ਆਈਏ ਤਾਂ ਉਹਨਾਂ ਨੇ ਕਮਾਲ ਦੀ ਗੱਲ ਕਰ ਦਿੱਤੀ, ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠਾ ਆਵੇ, ਅਗਨੀ ਅਗਨੀ ਕਹੇ ਸੀਤ ਨਾ ਵਿਨਾਸ਼ ਹੈ, ਵੇਦ ਵੇਦ ਕਹੇ ਰੋਗ ਮਿਟਤ ਨਾ ਕਾਹੂ ਕੋ। ਡਾਕਟਰ ਕਹੇ ਜਾਓ ਤੁਹਾਡੀ ਬਿਮਾਰੀ ਕਿਵੇਂ ਦੂਰ ਹੋ ਜਾਏਗੀ, ਦਰਬ ਦਰਬ ਕਹੇ ਕੋਈ ਦਰਬ ਹੈ ਨਾ ਬਿਲਾਸ ਹੈ, ਦਨ ਕਹੇ ਨਾਲ ਕੋਈ ਅਮੀਰ ਥੋੜਾ ਹੋ ਜਾਏਗਾ, ਚੰਦਨ ਚੰਦਨ ਕਹਿ ਪ੍ਰਗਟੇ ਨਾ ਸਬਾਸ ਬਾਸ, ਚੰਦਰ ਕਹੇ ਉਜਾਰੋ ਨਾ ਪ੍ਰਗਾਸ ਹੈ, ਚੰਦਨ ਕਹੇ ਨਾਲ ਕੋਈ ਖੁਸ਼ਬੂ ਆ ਜਾਏਗੀ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ। ਸਿਰਫ ਪਾਠ ਕਰਨ ਨਾਲ, ਗੋਸ਼ਟ ਕਰਨ ਨਾਲ ਕੋਈ ਜਿਹੜੀ ਰਹਿਤ ਨਹੀਂ ਮਿਲਣੀ, ਕਰਨੀ ਪ੍ਰਧਾਨ ਬਾਣ ਉਹਦੇ ਤੱਕ ਆਸ ਹੈ। ਜੋ ਗੁਰੂ ਸਾਹਿਬ ਕਹਿ ਰਹੇ ਨੇ ਉਹਦੇ ਤੇ ਕਰਨੀ ਹੈ, ਅਮਲ ਕਰਨੀ ਹੈ। ਇਹ ਭਾਈ ਗੁਰਦਾਸ ਕਹਿ ਗਏ ਨੇ। ਨਾਲ ਇੱਕ ਭਾਈ ਗੁਰਦਾਸ ਨੇ ਹੋਰ ਬੜੀ ਕਮਾਲ ਦੀ ਗੱਲ ਕੀਤੀ ਸੀ, पूछत है पथ ते मार्ग ना धरे पग प्रीतम के देश कैसे बातन से जाएंगे। कमाल है। वो कहते पथ पथ पुछी जा रहे हो भी ये रस्ता जा रहा है प्रीतम दे इधर जाना है, पैर तुसी अगे नहीं कर रहे, कदम चल नहीं रहे, तब प्रीतम के देश कैसे बातन से जाइए। पूछत है वैद खात हो खद ना संजम से। डॉक्टर नूं पुछ लिया कि ये जिहड़ी दवाई है दवाई खानी नहीं, कैसे मिटे रोग सुख सहज समाइए। रोग किवें मिट जाएगा जब तक दवाई ना खाओगे। इसलिए स्पष्ट है कि सानू बाणी पढ़नी क्यों चाहिए और किवें पढ़नी चाहिए, तो ये जवाब किवें पढ़ने चाहिए है कि सानू समझ के पढ़ना है, सानू उस पर विचार करना है। ओशो ने एक थां ते लिखा है कि पाठ जदों भी करो, कोई शास्त्र पढ़ो, कोई श्लोक पढ़ो, ਤਾਂ ਉਸ ਨੂੰ याद ਕਰਨ ਦੀ कोशिश तो घट ਉਹਦੇ मतलब ਨੂੰ अपने अंदर तक लै जाओ, ਉਹਦੇ मतलब ਨੂੰ समझो, अंतरगत तक ले जाना पेगा। तो फिर बाणी ने मैनू कह दिता, गुरु ग्रंथ साहिब ने स्पष्ट करता, सतगुर नो सब को वेखदा जगत, जेता जगत संसार, डिठे मुकत ना होवे, जिचर शब्द ना करे विचार। कमाल है, जे शब्द दे विचार नहीं करोगे तो फिर मुकत किवें होवोगे। और साडा सवाल भी यही सी कि असीं पाठ क्यों करते हैं, तो सानू जवाब मिले जिहड़ा मैं वो शुरू च कहा सी कि असीं सर्वे कीता सी। असीं क्या तुसीं पाठ क्यों करदे हो, किवें किस लई करदे हो। कोई कहंदा सुखां लई, कोई कहंदा चंगी सुविधावां लई, कोई कहंदा जिंदगी दे विच सफलता लई, कोई कहंदा बीमारी दूर करन लई, कोई अपने बजुर्गां लई। तो इहदा जवाब जदों असीं देखदे हां गुरु ग्रंथ साहिब दे विच ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਅਮਰਦਾਸ ਦਾ ਇੱਕ ਸ਼ਬਦ ਮੈਂ ਕਹਿਣਾ ਕਿ ਕਮਾਲ ਕਰ ਦਿੱਤੀ ਗੁਰੂ ਸਾਹਿਬ ਨੇ। ਉਹ ਕਹਿੰਦੇ ਨੇ ਖੂਬਸੂਰਤ ਜਵਾਬ ਦੇ ਰਹੇ ਨੇ ਇਹਨਾਂ ਸਵਾਲਾਂ ਦਾ ਜਵਾਬ। ਮੈਂ ਬੜੀ ਵਾਰ ਕਹਿਣਾ
ਕਿ ਦੁਨੀਆ ਦੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਸਮਾਧਾਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਜ਼ਿੰਦਗੀ ਦੀ ਹਰ ਸਮੱਸਿਆ ਦਾ, ਚਾਹੇ ਉਹ ਦੁੱਖ ਹੈ, ਉਹ ਸੁੱਖ ਹੈ, ਚਾਹੇ ਉਹ ਪਰਸਨਲ ਪ੍ਰੋਬਲਮਸ ਨੇ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਖੋਜੋਗੇ ਤੁਹਾਨੂੰ ਹਰ ਚੀਜ਼ ਦਾ ਨਿਦਾਨ ਮਿਲੇਗਾ। ਹੁਣ ਇਹ ਜਿਹੜਾ ਅਸੀਂ ਪਾਠ ਕਿਉਂ ਕਰਦੇ ਹਾਂ, ਤਾਂ ਹੁਣ ਉਹ ਕਹਿ ਰਹੇ ਨੇ ਕਿ ਇਹ ਸੰਧਿਆ ਪ੍ਰਵਾਨ ਹੈ। ਸੰਧਿਆ ਮੀਨ ਇਬਾਦਤ, ਪੂਜਾ, ਪਾਠ ਕਰਨਾ। ਕਿਹੜੀ ਸੰਧਿਆ ਪ੍ਰਵਾਨ ਹੈ? ਜਿਤ ਹਰ ਪ੍ਰਭ ਮੇਰਾ ਚਿਤ ਆਵੇ। ਲੋ ਜੀ, ਫੈਸਲਾ ਕਰ ਦਿੱਤਾ ਕਿ ਤੁਹਾਡਾ ਪਾਠ, ਤੁਹਾਡੀ ਇਬਾਦਤ, ਤੁਹਾਡੀ ਅਰਦਾਸ, ਤੁਹਾਡੀ ਪੂਜਾ ਉਸ ਪਰਮਾਤਮਾ ਨੂੰ ਉਸ ਟਾਈਮ ਪ੍ਰਵਾਨ ਹੋਏਗੀ ਜਦੋਂ ਉਹ ਪਰਮਾਤਮਾ ਤੁਹਾਡੇ ਚਿੱਤ ਵਿੱਚ ਆ ਜਾਏਗਾ। ਇਸੇ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਮੁਤਾਲਿਆ ਕਰੀਏ ਤਾਂ ਦੋ ਗੱਲਾਂ ਸਾਨੂੰ ਵਾਰ-ਵਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਣਗੀਆਂ। ਉਹ ਕਿਹੜੀਆਂ ਗੱਲਾਂ ਨੇ? ਇੱਕ ਉਸ ਪਰਮ ਪਿਤਾ ਪਰਮਾਤਮਾ ਦੀ ਸਰਵ ਵਿਆਪਕਤਾ ਦਾ ਅਹਿਸਾਸ ਔਰ ਇੱਕ ਮੌਤ ਦਾ ਅਹਿਸਾਸ, ਕਿਉਂਕਿ ਇਹ ਦੋਨੋਂ ਜਿਹੜੇ ਅਹਿਸਾਸ ਨੇ, ਇਹ ਅਹਿਸਾਸ ਜੋ ਹੈ ਇਹ ਜ਼ਿੰਦਗੀ ਦੀ ਇੱਕ ਜੀਵਨ ਜਾਂਚ ਬਣ ਜਾਂਦੀ ਹੈ। ਤੋ ਇਹ ਕ੍ਰਾਈਸਟ ਬਾਈਬਲ ਵਿੱਚ ਕਿੱਥੇ ਆਂਦਾ ਹੈ? ਉਹ ਕ੍ਰਾਈਸਟ ਕਹਿੰਦੇ ਨੇ ਕਿ ਤੂੰ ਪੁੱਠਾ ਲਟਕ ਜਾ, ਤੂੰ ਸਾਰਾ ਬਾਈਬਲ ਪੜ੍ਹ ਲੈ, ਇੱਕ ਵਾਰ ਨਹੀਂ 1000 ਵਾਰ ਪੜ੍ਹ ਲੈ, ਮੈਨੂੰ ਪ੍ਰਵਾਨ ਨਹੀਂ। ਮੈਨੂੰ ਪ੍ਰਵਾਨ ਉਹ ਹੈ ਕਿ ਤੂੰ ਮੇਰੇ ਨਾਲ ਕਿਤਨਾ ਕਨੈਕਟ ਹੋਇਆ। ਮੈਨੂੰ ਉਹ ਪਲ ਪ੍ਰਵਾਨ ਹੈ ਜਿਸ ਵੇਲੇ ਤੂੰ ਮੇਰੇ ਨਾਲ ਕਨੈਕਟ ਹੋਇਆ। ਔਰ ਰਾਗ ਬਿਹਾਗੜਾ ਦੇ ਪਾਤਸ਼ਾਹ ਪੰਜਵੀਂ ਦਾ ਸ਼ਬਦ ਹੈ ਜਿਹੜਾ ਇਸ ਗੱਲ ਨੂੰ ਸਹੀ ਕਰਦਾ ਹੈ। ਉਹ ਹੈ ਸਾ ਵੇਲਾ ਸੋ ਮੂਰਤ, ਸਾ ਘੜੀ ਸੋ ਮੁਹਤ, ਮੂਵਮੈਂਟ। ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ ਰਾਮ। ਜਿਸ ਮੂਵਮੈਂਟ ਦੇ ਵਿੱਚੋਂ ਪਰਮਾਤਮਾ ਯਾਦ ਆ ਗਿਆ, ਉਹ ਮੂਵਮੈਂਟ ਸਫਲ ਹੈ। ਹੁਣ ਇਸ ਗੱਲ ਨੂੰ ਸਾਨੂੰ ਬੜਾ ਸਮਝਣਾ ਪਏਗਾ ਕਿ ਇੱਕ ਸ਼ਬਦ ਹੋਰ ਹੈ ਮਹੱਲਾ ਪੰਜਵੇਂ ਦਾ, ਕਿ ਜਿਹੜਾ ਜਿਸ ਨੂੰ ਪਰਮਾਤਮਾ ਚਿੱਤ ਆ ਜਾਂਦਾ ਹੈ ਫਿਰ ਕੀ ਹੁੰਦਾ ਹੈ? ਤੋ ਇਹ ਕਹਿੰਦੇ ਨੇ ਕਿ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ। ਲੋ, ਕਲੀਅਰ ਕਰਤਾ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ। ਇੱਕ ਗੱਲ ਧਿਆਨ ਰੱਖੀਏ, ਬਾਣੀ ਦੇ ਵਿੱਚ ਜਿੱਥੇ ਵੀ ਸੁਖ ਸ਼ਬਦ ਹੈ, ਇਹ ਸਰੀਰਕ ਸੁਖ ਦੀ ਗੱਲ ਨਹੀਂ ਕਰਦੇ, ਇਹ ਤੁਹਾਡਾ ਆਤਮਕ ਸੁਖ ਦੀ ਗੱਲ ਕਰਦੇ ਨੇ। ਇਹ ਜਿਹੜਾ ਅੱਜ ਅਸੀਂ ਆਸ-ਪਾਸ ਦੇਖਦੇ ਆ ਨਾ, ਹਰ ਥਾਂ ਤੇ ਡਿਪਰੈਸ਼ਨ ਨੇ, ਹਰ ਥਾਂ ਤੇ ਸੁਸਾਈਡ ਟੈਂਡੈਂਸੀਜ਼ ਨੇ ਸਾਡੇ ਬੱਚਿਆਂ ਦੇ ਵਿੱਚ। ਇਹ ਕਾਰਨ ਇਹੀ ਹੈ ਕਿ ਉਹ ਇਹ ਜਿਹੜਾ ਸਪੇਸ ਹੈ ਨਾ ਮਾਨਸਿਕ ਤੌਰ ਤੇ, ਜਿਹੜੀ ਮੈਂ ਪਹਿਲੇ ਜ਼ਿਕਰ ਕੀਤਾ ਸੀ, ਉਹ ਸਪੇਸ ਨਹੀਂ ਮਿਲ ਰਿਹਾ। ਜਿਸ ਤੂੰ ਆਵੇ ਤਿਸ ਚਿਤ ਤਿਸ ਜਮ ਨਾਹੇ ਦੁੱਖ। ਉਹਨੂੰ ਦੁੱਖ ਹੋ ਹੀ ਨਹੀਂ ਸਕਦਾ। ਜਿਸ ਤੂੰ ਆਵੇ ਚਿਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿਤ ਸਭ ਕਾਜ ਸਵਾਰਿਆ ਅਖੀਰ ਕਰਤਾ। ਜਿਸ ਤੂੰ ਆਵੇ ਚਿਤ ਸੋ ਪ੍ਰਵਾਨ ਜਨ। ਜਿਹਨੂੰ ਚਿੱਤ ਆ ਗਿਆ ਪਰਮਾਤਮਾ ਨੂੰ, ਪਰਮਾਤਮਾ ਜਿਹੜਾ ਚਿੱਤ ਆ ਗਿਆ ਉਹ ਪ੍ਰਵਾਨ ਹੋ ਗਿਆ। ਤੋ ਇਸ ਲਈ ਮੈਂ ਵਾਰ-ਵਾਰ ਕਹਿਣਾ ਕਿ ਗੁਰੂ ਨਾਨਕ ਸ਼ਬਦ ਦੇ ਜਿਹੜਾ ਸ਼ਬਦ ਗੁਰੂ ਦੇ ਵਿੱਚ, ਜਿਹੜਾ ਸ਼ਬਦ ਗੁਰੂ ਦੀ ਸੰਸਥਾ ਗੁਰੂ ਨਾਨਕ ਦਿੱਤੀ ਹੈ, ਉਹਦੇ ਵਿੱਚ ਗੁਰੂ ਨਾਨਕ ਜੀਵਤ ਨੇ। ਸ਼ਬਦ ਦੇ ਵਿੱਚ ਸਾਡਾ ਉਹ ਇੰਤਜ਼ਾਰ ਕਰ ਰਹੇ ਨੇ, ਅਸੀਂ ਜਾਈਏ ਨੇੜੇ ਜਾ ਕੇ ਅਸੀਂ ਉਹਨੂੰ ਮਿਲੀਏ, ਪਰ ਅਸੀਂ ਤਾਂ ਨੇੜੇ ਜਾਂਦੇ ਹੀ ਨਹੀਂ ਆ। ਇਹਦਾ ਮੈਂ ਪ੍ਰਮਾਣ ਦਿਆਂ ਕਿ ਭਾਈ ਵੀਰ ਸਿੰਘ ਨੇ ਜੀ ਨੇ ਇੱਕ ਥਾਂ ਤੇ ਲਿਖਿਆ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਨਾਨਕ ਦਾ ਮਨ ਹੈ। ਔਰ ਮੈਂ ਬੜੀ ਵਾਰ ਕਹਿਣਾ ਕਿ ਇਲਮ ਵੱਡਾ ਕਿ ਤਜਰਬਾ, ਤੇ ਸ਼ਾਸਤਰਾਂ ਵਿੱਚ ਸਾਨੂੰ ਮਿਲਦਾ ਹੈ ਕਿ ਤਜਰਬਾ ਵੱਡਾ ਹੈ। ਤੋ ਉਹ ਇਹ ਗੱਲ ਕਰ ਰਹੇ ਨੇ ਭਾਈ ਵੀਰ ਸਿੰਘ ਜੀ ਕਿ ਗੁਰਬਾਣੀ ਜਿਹੜੀ ਹੈ, ਸ਼ਬਦ ਜਿਹੜਾ ਹੈ, ਗੁਰੂ ਨਾਨਕ ਦਾ ਮਨ ਹੈ। ਬਾਣੀ ਨੂੰ ਸਮਝਣਾ ਗੁਰੂ ਨਾਨਕ ਦੇ ਮਨ ਵਿੱਚ ਜਾਤੀ ਮਾਰਨ ਦੇ ਬਰਾਬਰ ਹੈ। ਬਾਣੀ ਨੂੰ ਸਮਝ ਕੇ ਉਸ ਨੂੰ ਫੋਲੋ ਕਰਨਾ, ਉਸ ਨੂੰ ਲਿਵ ਕਰਨਾ, ਉਸ ਤੇ ਅਮਲ ਕਰਨਾ, ਆਪਣੀ ਜੀਵਨ ਜਾਂਚ ਬਣਾ ਲੈਣਾ, ਗੁਰੂ ਨਾਨਕ ਨੂੰ ਆਪਣੇ ਅੰਦਰ ਮਹਿਸੂਸ ਕਰਨਾ ਹੋ ਜਾਵੇਗਾ। ਸਾਨੂੰ ਇਹ ਗੱਲ ਸਮਝਣੀ ਤੇ ਸਮਝਾਣੀ ਹੈ। ਅਸੀਂ ਬਾਣੀ ਨੂੰ ਸਿਰਫ ਪੜ੍ਹਨ ਤੱਕ ਸੀਮਤ ਨਾ ਕਰੀਏ, ਸ਼ਬਦ ਗੁਰੂ ਸੁਰ ਧੁਨ ਚੇਲੇ ਦੀ ਸੰਸਥਾ ਨਾਲ ਜੁੜੀਏ। ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਲੋਂ ਲਿਖਵਾਈ ਸਿੱਖਾਂ ਦੀ ਭਗਤ ਮਾਲਾ ਵਿੱਚ ਇੱਕ ਅੰਕਤ ਆਂਦੀ ਹੈ ਸਾਖੀ ਕਿ ਇੱਕ ਵੇਰ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਹਾਡੇ ਤੋਂ ਅਸੀਂ ਕਦੇ ਨਾ ਵਿਛੜੀਏ। ਕੀ ਇਹ ਕਰਾਮਾਤ ਕਰ ਸਕਦੇ ਹੋ ਕਿ ਅਸੀਂ ਤੁਹਾਡੇ ਤੋਂ ਕਦੇ ਨਾ ਵਿਛੜੀਏ? ਤੇ ਗੁਰੂ ਸਾਹਿਬ ਦਾ, ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਸੀ, ਸਰੀਰ ਨਾਲ ਜੁੜੋਗੇ ਤਾਂ ਹਮੇਸ਼ਾ ਵਿਛੜੋਗੇ,
ਸ਼ਬਦ ਨਾਲ, ਵਿਚਾਰ ਨਾਲ ਜੁੜੋਗੇ ਤਾਂ ਹਮੇਸ਼ਾ ਜੁੜੇ ਰਹੋਗੇ, ਕਦੇ ਵੀ ਨਹੀਂ ਵਿਛੜੋਗੇ। ਇਹ ਜਿਹੜੀ ਸ਼ਬਦ ਗੁਰੂ ਸੁਰਧੁਨ ਦੀ ਸੰਸਥਾ ਹੈ, ਇਹ ਹੈ ਕਿ ਆਪਣੇ ਆਤਮਕ ਸੁੱਖਾਂ ਲਈ ਔਰ ਗੁਰੂ ਬਾਣੀ ਨੂੰ ਕਿਵੇਂ ਪੜ੍ਹੀਏ, ਹਾਊ ਐਂਡ ਵਾਈ ਬਾਣੀ ਨੂੰ ਅਸੀਂ ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ। ਸ਼ਬਦ ਆਚਾਰ ਵਿੱਚ ਆਣਾ ਹੁੰਦਾ ਹੈ, ਸਾਡੇ ਬਿਹੇਵੀਅਰ ਵਿੱਚ ਆਣਾ ਹੁੰਦਾ ਹੈ, ਸਾਡੇ ਚਾਲ ਚਲਨ ਵਿੱਚ ਆਉਂਦਾ ਹੁੰਦਾ ਹੈ, ਪਰ ਅਸੀਂ ਪ੍ਰਚਾਰ ਤਾਂ ਬਹੁਤ ਕਰ ਰਹੇ ਹਾਂ, ਪਸਾਰ ਵੀ ਕਰ ਰਹੇ ਹਾਂ, ਪਰ ਸ਼ਬਦ ਨੂੰ ਉਲਝਾ ਦਿੱਤਾ ਆਚਾਰ ਤੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ। ਪ੍ਰਚਾਰ ਤੇ ਪਸਾਰ ਤਾਂ ਸ਼ਬਦ ਦੇ ਆਚਾਰ ਦੇ ਪਿੱਛੇ ਰਹਿ ਗਏ, ਆਚਾਰ ਪਿੱਛੇ ਰਹਿ ਗਿਆ, ਪਸਾਰ ਤੇ ਪ੍ਰਚਾਰ ਅੱਗੇ ਚਲਾ ਗਿਆ, ਕਿਉਂਕਿ ਅਸੀਂ ਪ੍ਰਚਾਰ ਕਰਨ ਵੇਲੇ ਇਹ ਗੱਲ ਅਸੀਂ ਕਹਿ ਵੀ ਨਹੀਂ ਪਾਏ। ਮੈਂ ਜਦੋਂ ਰਹਿਤ ਮਰਿਆਦਾ ਦੇਖਦਾ, ਉਸ ਦੇ ਵਿੱਚ ਲਿਖਿਆ ਕਿ ਨਿਤਨੇਮ ਦੀਆਂ ਬਾਣੀਆਂ ਕਰਨੀਆਂ, ਇੱਕ ਲਾਈਨ ਇਹ ਵੀ ਲਿਖੀ ਹੋਣੀ ਚਾਹੀਦੀ ਸੀ ਕਿ ਸਮਝ ਕੇ ਪੜ੍ਹਨੀ ਹੈ ਬਾਣੀ, ਸਹਿਜ ਨਾਲ ਪੜ੍ਹਨੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਰਹਾਉ ਕੀ ਹੈ? ਰਹਾਉ ਦੇ ਦੋ ਮਤਲਬ ਨੇ। ਰਾਉ ਦੇ ਇੱਕ ਸ਼ਬਦ ਦਾ ਕਰਕਸ ਹੈ ਉਸ ਵਿੱਚ, ਔਰ ਦੂਸਰਾ ਰਾਉ ਦਾ ਮਤਲਬ ਹੈ ਰੁਕੋ, ਰੁਕ ਕੇ ਸਹਿਜੇ ਸਹਿਜੇ ਕਰੋ। ਸਾਨੂੰ ਤਾਂ ਗੁਰੂ ਨੇ ਕਿਹਾ ਰੁਕ ਕੇ ਸਮਝ ਕੇ ਪੜ੍ਹਨਾ ਹੈ, ਅਸੀਂ ਭੋਗ ਪਾਉਂਦੇ ਹਾਂ। ਤਾਂ ਪ੍ਰਚਾਰ ਕਰਨਾ ਆਸਾਨ ਹੈ, ਸਰਲ ਹੈ, ਆਚਾਰ ਕਠਨ ਹੈ, ਅਮਲ ਕਠਨ ਹੈ। ਸਿੱਖ ਨੇ ਤਾਂ ਸ਼ਬਦ ਬੰਨਣਾ ਸੀ, ਉਸ ਲਈ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਲੋ ਮਹੱਲਾ ਪੰਜਵਾਂ ਨੇ ਚੌਥੇ ਮਹੱਲੇ ਚੌਥੇ ਦੇ ਤੇ ਬੜਾ ਬਿਲਕੁਲ ਕਲੀਅਰ ਕਰ ਗਿਆ ਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਗੁਰਬਾਣੀ ਬਣਨਾ ਕੀ ਹੈ? ਗੁਰਬਾਣੀ ਦੀ ਇਨਸਾਨ ਬਣਨਾ ਹੈ, ਪੂਰਨ ਇਨਸਾਨ ਬਣਨਾ ਹੈ। ਅੱਜ ਅਸੀਂ ਵਿਚਾਰ ਵੀ ਇਹੀ ਕਰ ਰਹੇ ਹਾਂ ਕਿ ਇਹ ਜੋ ਸ਼ਬਦ ਗੁਰੂ ਹੈ, ਬਾਣੀ ਸਾਨੂੰ ਸਾਡੇ ਗੁਰੂਆਂ ਨੇ ਬਖਸ਼ੀ, ਪਰ ਅਸੀਂ ਉਸ ਨੂੰ ਕਿਸ ਤਰ੍ਹਾਂ ਲੈ ਰਹੇ ਹਾਂ, ਸਾਡਾ ਅੱਜ ਦਾ ਵਿਸ਼ਾ ਵੀ ਇਹੀ ਸੀ। ਦੇਖੋ, ਅਸੀਂ ਸ਼ਬਦ ਗੁਰੂ ਨੂੰ ਅਡੋਪਟ ਨਹੀਂ ਕਰ ਰਹੇ। ਵਿਡੰਬਨਾ ਇਹ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਨੂੰ ਵਿਚਾਰ ਕਰਨ ਲਈ ਕਿਹਾ, ਅਸੀਂ ਉਹ ਕਹਿ ਰਹੇ ਹਾਂ ਨਾ ਜਿਹੜੀ ਮੈਂ ਪਹਿਲੇ ਕਰਤੀ, ਅਸੀਂ ਭੋਗ ਪਾ ਰਹੇ ਹਾਂ। ਅਸੀਂ ਆਪਣੇ ਲਈ ਗੁਰਬਾਣੀ ਦੂਸਰਿਆਂ ਤੋਂ ਪੜਵਾ ਰਹੇ ਹਾਂ, ਪਾਠ ਤੋਤਾ ਰਟਨ ਕਰ ਰਹੇ ਹਾਂ। ਤੇ ਧਿਆਨ ਰੱਖਣਾ, ਮੈਮਰੀ ਇਜ਼ ਨਾਟ ਇੰਟੈਲੀਜੈਂਸ। ਇਹ ਵੱਡੇ ਵਿਦਵਾਨਾਂ ਦਾ ਕਹਿਣਾ ਹੈ। ਪਾਠ ਨੂੰ ਕੰਠ ਕਰਨਾ ਮੁਬਾਰਕ, ਲੇਕਿਨ ਇਟ ਇਜ਼ ਨਾਟ ਐਨਫ। ਉਹਨੂੰ ਜਦ ਤੱਕ ਅਸੀਂ ਜੋ ਹੈ ਉਹਨੂੰ ਸਮਝਾਂਗੇ ਨਹੀਂ, ਉਹਨੂੰ ਅਮਲ 'ਚ ਨਹੀਂ ਲਿਆਵਾਂਗੇ, ਲਿਵ ਨਹੀਂ ਕਰਾਂਗੇ। ਗੁਰੂ ਨਾਨਕ ਦਾ ਧਰਮ ਕੋਈ ਟੈਕਨੋਲੋਜੀ ਨਹੀਂ ਹੈ ਕਿ ਮੰਤਰ ਪੜਿਆ ਤੇ ਕੰਮ ਹੋ ਗਿਆ। ਅਮਲ ਦੀ ਜ਼ਰੂਰਤ ਹੈ। ਗੁਰੂ ਨਾਨਕ ਦਾ ਧਰਮ ਆਤਮ ਗਿਆਨ ਹੈ। ਗੁਰੂ ਨਾਨਕ ਦਾ ਧਰਮ ਸੈਲਫ ਸਵੇ ਗਿਆਨ ਹੈ। ਦੇਖੋ, ਇੱਕ ਬੜੀ ਫਿਲੋਸਫੀਕਲ ਮੈਂ ਗੱਲ ਸ਼ੇਅਰ ਕਰਾਂ ਕਿ ਜੀਵਨ ਇੱਕ એનર્ਜੀ ਹੈ, ਔਰ ਇਸ એનર્ਜੀ ਦੇ ਦੋ ਆयाम ਨੇ, ਦੋ ਐਸਪੈਕਟ ਨੇ, ਇੱਕ ਐਗਜ਼ਿਸਟੈਂਸ ਔਰ ਇੱਕ ਨॉन ਐਗਜ਼ਿਸਟੈਂਸ। ਫਿਰ ਐਗਜ਼ਿਸਟੈਂਸ ਦੇ ਦੋ ਆयाम ਨੇ, ਫਿਰ ਐਗਜ਼ਿਸਟੈਂਸ ਦੇ ਦੋ ਐਸਪੈਕਟ ਨੇ, ਇਹ ਚੇਤਨ ਤੇ ਚੇਤਨ, ਅਨਕੌਂਸ਼ੀਅਸ ਐਂਡ ਕੌਂਸ਼ੀਅਸ। ਫਿਰ ਕੌਂਸ਼ੀਅਸ ਦੇ ਦੋ ਆयाम ਨੇ, ਚੇਤਨਤਾ ਦੇ ਦੋ ਐਸਪੈਕਟ ਨੇ, ਸੈਲਫ ਕੌਂਸ਼ੀਅਸ ਐਂਡ ਸੈਲਫ ਅਨਕੌਂਸ਼ੀਅਸ। ਜਿਹੜੀ ਹੈ ਸਵੇ ਗਿਆਨ, ਆਤਮ ਗਿਆਨ ਜਿਹੜਾ ਨਾ, ਇਹ ਹੈ। ਹੁਣ ਸਵੇ ਚੇਤਨ ਇੱਕ ਐਸੀ ਚੇਤਨਾ ਹੈ ਜਿਸ ਨੂੰ ਆਪਣੀ ਹੋਂਦ ਦਾ ਅਹਿਸਾਸ ਹੋ ਜਾਂਦਾ, ਇਹ ਸਵੇ ਚੇਤਨ ਹੈ, ਆਤਮ ਗਿਆਨ ਹੈ। ਤੇ ਦੂਸਰੀ ਐਸੀ ਚੇਤਨਾ ਜੋ ਆਪਣੀ ਹੋਂਦ ਪ੍ਰਤੀ ਅਚੇਤਨ ਹੈ। ਇਹੀ ਫਰਕ ਹੈ ਮਨੁੱਖ ਤੇ ਪਸ਼ੂ ਵਿੱਚ, ਇਹੀ ਫਰਕ ਹੈ ਜਾਨਵਰ ਤੇ ਮਨੁੱਖ ਦੇ ਵਿੱਚ। ਮਨੁੱਖ ਕ੍ਰੋਧ ਕਰਦਾ ਹੈ, ਮਨੁੱਖ ਹਿੰਸਾ ਕਰਦਾ ਹੈ, ਮਨੁੱਖ ਜੋ ਹੈ ਵਾਸਨਾ ਵਿੱਚ ਰੁਚਿਤ ਰਹਿੰਦਾ ਹੈ, ਆਪਸ ਵਿੱਚ ਵੈਰ ਵਿਰੋਧ ਕਰਦਾ ਹੈ। ਇਹ ਉਸਦੇ ਕਰਮ ਨਹੀਂ ਨੇ, ਇਹ ਸਵੇ ਅਚੇਤਨਤਾ ਹੈ। ਤਾਂ ਹੀ ਕਹਿ ਦਿੱਤਾ ਗੁਰੂ ਨੇ ਗੁਰਬਾਣੀ ਵਿੱਚ, ਕਰਤੂਤ ਪਸ਼ੂ ਕੀ ਮਾਨਸ ਜਾਤ, ਸਵੇ ਅਚੇਤਨਤਾ ਹੈ। ਦੇਖੋ, ਜਪਜੀ ਦੇ ਵਿੱਚ ਧਰਮਸਾਲ ਅਰਥਾਤ ਸਦਾਚਾਰ ਦਾ ਇੱਕ ਅਜਿਹਾ ਸਥਾਨ ਦੱਸਿਆ, ਇਸ ਧਰਤੀ ਨੂੰ ਜੋ ਹੈ ਧਰਮਸਾਲ ਕਿਹਾ, ਜਿੱਥੇ ਮਨੁੱਖ ਨੇ ਸਵੇ ਪੜਚੋਲ ਤੇ ਸਵੇ ਤਿਆਗ ਅਤੇ ਦੂਜਿਆਂ ਦੇ ਪ੍ਰਤੀ ਜ਼ਿੰਮੇਵਾਰੀ ਦੀ ਪ੍ਰੇਰਨਾ ਪ੍ਰਾਪਤ ਕਰਨੀ ਸੀ। ਇੱਕ ਗੱਲ ਨੂੰ ਸਮਝੀਏ ਕਿ ਮਨੁੱਖ ਵਿਕਾਸ ਦੀ ਸਭ ਤੋਂ ਉੱਚੀ ਪੱਧਰ ਤੇ ਹੈ। ਇਸ ਨਾਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਭ ਨਾਲ ਪੂਰੀ ਲਿਵਿੰਗ ਬੀਇੰਗ ਨਾਲ ਜ਼ਿਆਦਾ ਸੰਵੇਦਨਸ਼ੀਲ ਹੋਵੇ। ਵਿਕਾਸ ਦੀ ਉੱਚੀ ਪੱਧਰ, ਹੁਕਮ ਮਿਲੇ ਵਡਿਆਈ ਕਾਰਨ ਮਨੁੱਖ ਦੂਜਿਆਂ ਪ੍ਰਤੀ ਵੱਧ ਤੋਂ ਵੱਧ ਨੈਤਿਕ ਹੋਵੇ, ਦਿਆਲੂ ਹੋਵੇ, ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਜਿਹੜੀ ਗੱਲ ਹੁਕਮ ਮਿਲੇ ਵਡਿਆਈ ਦੀ ਕੀਤੀ ਹੈ, ਮੈਂ ਕਿਉਂਕਿ ਜਪਜੀ ਸਾਹਿਬ ਤੇ ਕੰਮ ਕਰ ਰਿਹਾ, ਔਰ ਬਹੁਤੀ ਜਿਹੜੀ ਹੁਕਮ ਮਿਲੇ ਵਡਿਆਈ ਜਦੋਂ ਅਸੀਂ ਪੜ੍ਹਦੇ ਹਾਂ
ਤਾਂ ਉਹਦੇ ਮਤਲਬ ਤੁਸੀਂ ਪੜੋ ਤਾਂ ਉਹਦੇ 'ਚ ਹੀ ਲਿਖਿਆ ਹੈ ਕਿ ਪਰਮਾਤਮਾ ਦੀ ਰਜ਼ਾ ਨਾਲ, ਪਰਮਾਤਮਾ ਦੇ ਹੁਕਮ ਨਾਲ ਵਡਿਆਈਆਂ ਮਿਲਦੀਆਂ ਨੇ। ਮੈਨੂੰ ਇਹ ਇੰਟਰਪ੍ਰੀਟੇਸ਼ਨ ਕਿੱਥੇ ਨਾ ਕਿੱਥੇ ਥੋੜਾ ਮੈਨੂੰ ਠੀਕ ਨਹੀਂ ਲੱਗਦੀ। ਇਹਦਾ ਮਤਲਬ ਇਹ ਹੈ ਕਿ ਪੂਰੀ ਲਿਵਿੰਗ ਬੀਇੰਗ ਦੇ ਵਿੱਚ ਸਿਰਫ ਮਨੁੱਖ ਨੂੰ ਪਰਮਾਤਮਾ ਨੇ ਸੁਰਤ ਦਿੱਤੀ ਹੈ, ਸਿਰਫ ਮਨੁੱਖ ਨੂੰ ਮਨ ਦਿੱਤਾ ਹੈ, ਬੁੱਧੀ ਦਿੱਤੀ ਹੈ। ਗਲਤ ਤੇ ਠੀਕ ਨੂੰ ਚੁਣਨ ਦੀ ਇੱਕ ਜਿਹੜੀ ਹੈ ਉਹ ਇੱਕ ਅਲੱਗ ਉਸ ਨੂੰ ਬੁੱਧੀ ਦਿੱਤੀ ਹੈ, ਜਿਹੜੀ ਕਿ ਪਸ਼ੂਆਂ ਵਿੱਚ ਪੂਰੀ ਲਿਵਿੰਗ ਬੀਇੰਗ ਵਿੱਚ ਹੋਰ ਨਹੀਂ ਹੈ। ਇਹ ਵਡਿਆਈ ਦਿੱਤੀ ਹੈ ਮਨੁੱਖ ਨੂੰ ਪੂਰੀ ਲਿਵਿੰਗ ਬੀਇੰਗ ਵਿੱਚ। ਔਰ ਇਹ ਜਿਹੜੀ ਗੱਲ ਮੈਂ ਕਹੀ ਹੈ ਕਿ ਇਹ ਮਨੁੱਖ ਦੂਜਿਆਂ ਪ੍ਰਤੀ ਵੱਧ ਨੈਤਿਕ ਹੋਵੇ, ਦਿਆਲੂ ਹੋਵੇ, ਜ਼ਿੰਮੇਵਾਰ ਹੋਵੇ, ਤਾਂ ਇਹ ਜਪਜੀ ਸਾਹਿਬ ਦੇ ਫਿਰ ਅਖੀਰ ਜਿਹੜੀ ਗੱਲ ਆਉਂਦੀ ਹੈ, ਸਤ ਸੁਹਾਨ ਸਦਾ ਮਨ ਚਾਓ। ਇਹਦਾ ਕੀ ਮਤਲਬ ਹੈ ਕਿ ਇਸ ਸੁੰਦਰ ਪਰਮਾਤਮਾ ਵੱਲੋਂ ਇਹ ਸੁੰਦਰ ਜਿਹੜਾ ਇਹ ਸੰਸਾਰ ਬਣਾਇਆ ਹੈ, ਇਸ ਨੂੰ ਹੋਰ ਸੁੰਦਰ ਬਣਾਉਣ ਦੇ ਵਿੱਚ ਸਦਾ ਮਨ ਵਿੱਚ ਚਾਓ ਰਹਿਣਾ ਚਾਹੀਦਾ। ਇਹ ਹੁੰਦਾ ਆਤਮ ਗਿਆਨੀ, ਇਹ ਹੈ ਸਵੇ ਗਿਆਨੀ। ਕਿਵੇਂ ਬਣੇਗੀ ਇਹ ਦੁਨੀਆ ਸੁੰਦਰ? ਇਹ ਦੁਨੀਆ ਸੁੰਦਰ ਬਣੇਗੀ ਆਪਸੀ ਪ੍ਰੇਮ ਨਾਲ, ਆਪਸੀ ਪਿਆਰ ਨਾਲ, ਮਧੁਰ ਸੰਬੰਧਾਂ ਨਾਲ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਸ ਨਾਲ ਬਣੇਗੀ। ਤੋ ਇਹ ਗੱਲ ਸਾਨੂੰ ਬਾਣੀ ਚੋਂ ਵਾਰ-ਵਾਰ ਮਿਲਦੀ ਹੈ। ਤੋ ਅਖੀਰ ਗੱਲ ਇਹ ਸਮਝਣ ਵਾਲੀ ਹੈ ਕਿ ਅਸੀਂ ਜਿਹੜਾ ਪਾਠ ਕਰਨਾ ਹੈ ਉਹ ਸੈਲਫ ਇੰਪਰੂਵਮੈਂਟ ਵਾਸਤੇ ਕਰਨਾ ਹੈ, ਅਪਦੀਪੋ ਭਵ ਲਈ। ਇਹ ਬੁੱਧਿਜ਼ਮ ਦੀ ਟਰਮ ਹੈ, ਅਪਦੀਪੋ ਭਵ, ਕਿ ਲੈਂਪ ਡਜ਼ ਨਾਟ ਸਪੀਕ, ਪਰ ਜਿਹੜੀ ਉਹਦੀ ਲਾਈਟ ਹੈ, ਉਹਦੀ ਲਾਈਟ ਉਸਦੀ ਇੰਟਰੋਡਕਸ਼ਨ ਦਿੰਦੀ ਹੈ। ਤੋ ਗੁਰ ਪਰਮੇਸ਼ਰ ਪੂਜੀਏ ਮਨ ਰਤਨ, ਮਨ ਤਨ ਲਾਏ ਪਿਆਰ। ਇਸ ਲਈ ਸਾਨੂੰ ਬਾਣੀ ਜੋ ਹੈ ਪੜ੍ਹਨੀ ਚਾਹੀਦੀ ਹੈ। ਹੁਣ ਮੈਂ ਥੋੜਾ ਬਹੁਤ ਪੜ੍ਹਨ ਦੀ ਗੱਲ ਕਰਾਂ। ਇੱਕ ਹੁੰਦਾ ਪੜ੍ਹਨਾ ਔਰ ਇੱਕ ਹੈ ਪਾਠ ਕਰਨਾ। ਇਹਦੇ ਵਿੱਚ ਕੀ ਫਰਕ ਹੈ? ਕਿਤਾਬ ਪੜ੍ਹ ਲਈ, ਗੁਰੂ ਗ੍ਰੰਥ ਸਾਹਿਬ ਗੁਟਕੇ ਤੋਂ ਪੜ੍ਹ ਲਿਆ, ਬਾਣੀ ਪੜ੍ਹ ਲਈ, ਜਿਸ ਨੂੰ ਪੜ੍ਹ ਲਿਆ ਫਿਰ ਉਹਨੂੰ ਦੁਬਾਰਾ ਕਿਉਂ ਪੜ੍ਹਨਾ? ਆਮ ਤੌਰ ਤੇ ਅਸੀਂ ਆਮ ਜ਼ਿੰਦਗੀ ਦੇਖਦੇ ਹਾਂ। ਪਰ ਪਾਠ ਦੇ ਅਰਥ ਨੂੰ ਸਮਝੀਏ। ਪਾਠ ਦਾ ਅਰਥ ਹੈ ਸੈਂਕੜੋਂ ਵਾਰ ਪੜ੍ਹਨਾ ਹੈ, ਹਜ਼ਾਰਾਂ ਵਾਰ ਪੜ੍ਹਨਾ ਹੈ, ਲੱਖਾਂ ਵਾਰ, ਕਰੋੜਾਂ ਵਾਰ ਪੜ੍ਹਨਾ ਹੈ, ਰੋਜ਼ ਪੜ੍ਹਨਾ ਹੈ, ਜੀਵਨ ਭਰ ਪੜ੍ਹਨਾ ਹੈ। ਸਾਨੂੰ ਨਿਤਨੇਮ ਕਰਨ ਦੀ ਤਾਕੀਦ ਹੈ। ਰੋਜ਼ ਪਾਠ ਕਰਨ ਦਾ ਕੀ ਅਰਥ ਹੈ? ਇਹ ਸਧਾਰਨ ਪੜ੍ਹਨਾ ਨਹੀਂ, ਪਾਠ ਕਰਨਾ ਸਧਾਰਨ ਪੜ੍ਹਨਾ ਨਹੀਂ ਹੈ। ਇਹਦੇ ਬਹੁਤ ਗਹਿਰੇ ਅਰਥ ਹੈ। ਧਰਮ ਦਾ ਇੱਕ ਵਚਨ ਹੈ ਕਿ ਇੱਕ ਵਾਰ ਪੜ੍ਹ ਲਵੋ ਤਾਂ ਇਹ ਨਾ ਸਮਝਣਾ ਕਿ ਮੈਂ ਪੜ੍ਹ ਲਿਆ। ਧਰਮ ਗ੍ਰੰਥਾਂ ਦੇ ਬਹੁਤ ਗਹਿਰੇ ਅਰਥ ਹੁੰਦੇ ਨੇ। ਜਿਵੇਂ ਜਿਵੇਂ ਗਹਿਰੇ ਅਰਥਾਂ ਉਤਰੋਗੇ ਤਿਵੇਂ ਤਿਵੇਂ ਨਵੇਂ ਅਰਥ ਪ੍ਰਗਟ ਹੋਣਗੇ। ਦੇਖੋ, ਮੈਂ ਪਹਿਲੇ ਜਦੋਂ ਇੰਟਰੋਡਕਸ਼ਨ ਤੁਹਾਡੇ ਨਾਲ ਪਿਛਲੇ ਹਫ਼ਤੇ ਹੋਈ ਸੀ ਤੇ ਮੈਂ ਇੱਕ ਗੱਲ ਕਹੀ ਸੀ ਕਿ ਮੈਂ ਹੁਣੇ ਵੀ ਕਿਹਾ ਕਿ ਇਲਮ ਵੱਡਾ ਕਿ ਤਜਰਬਾ, ਤੇ ਮੈਂ ਕਿਹਾ ਕਿ ਸ਼ਾਸਤਰਾਂ 'ਚ ਤਜਰਬਾ ਹੈ। ਇਹ ਜਿਹੜੀ ਗੱਲ ਇਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਪਾਠ ਕਰਕੇ ਤੁਸੀਂ ਬਾਣੀ ਦੇ ਅੰਦਰ ਉਤਰੋਗੇ ਨਵੇਂ ਨਵੇਂ ਅਰਥ ਪ੍ਰਗਟ ਹੋਣਗੇ। ਇਹ ਮੈਂ ਖੁਦ ਅਨੁਭਵ ਕੀਤਾ ਕਿ ਮੈਂ ਜਦੋਂ ਹੁਣ 12ਵੀਂ ਵਾਰ ਪੜ੍ਹ ਰਿਹਾ ਤਾਂ ਮੈਨੂੰ ਉਹਦੇ ਅਰਥ ਬੜੇ ਹੋਰ ਜਿਹੜੇ ਨੇ ਉਹ ਸਮਝ ਆ ਰਹੇ ਨੇ। ਸ਼ਬਦਾਂ ਵਿੱਚ ਜਿਵੇਂ ਜਿਵੇਂ ਪ੍ਰਵੇਸ਼ ਕਰੋਗੇ ਤਿਵੇਂ ਤਿਵੇਂ ਨਵੇਂ ਨਵੇਂ ਦਰਵਾਜ਼ੇ ਖੁੱਲ ਜਾਣਗੇ। ਲੱਗੇਗਾ ਜਿਵੇਂ ਗੁਰੂ ਸਾਹਿਬ ਨਾਲ ਗੱਲਾਂ ਕਰ ਰਹੇ ਹੋ, ਡਾਇਲੋਗ ਕਰ ਰਹੇ ਹੋ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਧਰਮ ਗ੍ਰੰਥ ਵੀ ਉਸ ਨੂੰ ਕਹਿੰਦੇ ਨੇ ਜੋ ਪੜ੍ਹਨ ਨਾਲ ਨਾ ਪੜ੍ਹਿਆ ਜਾ ਸਕੇ, ਕੇਵਲ ਤੇ ਕੇਵਲ ਪਾਠ ਨਾਲ ਪੜ੍ਹ ਸਮਝਿਆ ਜਾ ਸਕੇ। ਹਰ ਕਿਤਾਬ ਦਾ ਪਾਠ ਨਹੀਂ ਕੀਤਾ ਜਾ ਸਕਦਾ, ਕੇਵਲ ਤੇ ਕੇਵਲ ਧਰਮ ਗ੍ਰੰਥ ਦਾ ਹੀ, ਬਾਣੀ ਦਾ ਹੀ ਪਾਠ ਕੀਤਾ ਜਾਂਦਾ ਹੈ। ਇਸੇ ਲਈ ਮੈਂ ਪਿਛਲੇ ਹਫ਼ਤੇ ਕਿਹਾ ਸੀ, ਰੀਡ ਦਾ ਲਾਈਨ, ਰੀਡ ਬਿਟਵੀਨ ਦਾ ਲਾਈਨ, ਰੀਡ ਬਿਹਾਈਂਡ ਦਾ ਲਾਈਨ। ਜਦੋਂ ਇਸ ਤਰ੍ਹਾਂ ਅਸੀਂ ਪਾਠ ਕਰਾਂਗੇ, ਰੋਜ਼ ਨਵੇਂ ਨਵੇਂ ਅਰਥ ਪਤਾ ਲੱਗਣਗੇ, ਜਿਵੇਂ ਨਵੇਂ ਫੁੱਲ ਖਿਲਦੇ ਨੇ। ਤੁਸੀਂ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਤੁਹਾਡੇ ਨਾਲ ਤੁਹਾਨੂੰ ਨਵੇਂ ਨਵੇਂ ਅਨੁਭਵ ਆਣਗੇ। ਜਿਵੇਂ ਪਿਆਜ਼ ਨੂੰ ਛਿਲਦੇ ਆ ਨਾ ਤੇ ਹਰ ਪਰਤ ਦੇ ਉਤਰੇਗੀ ਤਾਜ਼ੀ ਪਰਤ ਜਿਹੜੀ ਉਹ ਪ੍ਰਗਟ ਹੋ ਜਾਂਦੀ ਹੈ। ਪਰਤ ਦਰ ਪਰਤ ਨਵੀਂ ਤਾਜ਼ਗੀ ਮਹਿਸੂਸ ਕਰਾਂਗੇ। ਹੁਣ ਪ੍ਰੋਬਲਮ ਹੀ ਐਸੀ ਹੈ ਕਿ ਅਸੀਂ ਪੜ੍ਹਦੇ ਹਾਂ, ਪਾਠ ਨਹੀਂ ਕਰਦੇ, ਅਸੀਂ ਸਿਰਫ ਉਹਨੂੰ ਪੜ੍ਹਦੇ ਹਾਂ। ਪਾਠ ਮਤਲਬ ਹੁੰਦਾ ਹੈ ਸਮਝ ਕੇ ਪੜ੍ਹਨਾ ਔਰ ਸੁਣਨਾ ਜਾਂ ਪੜ੍ਹਨਾ। ਔਰ ਸੁਣਨ ਦੀਆਂ 4 ਪੌੜੀਆਂ ਜਪਜੀ ਵਿੱਚ ਹੈ। ਔਰ ਉਹਦੇ ਵਿੱਚ ਇੱਕ ਹੁੰਦੀ ਹੈ ਹੀਅਰਿੰਗ, ਇੱਕ ਹੁੰਦੀ ਹੈ ਲਿਸਨਿੰਗ। ਅਸੀਂ ਲਿਸਨਿੰਗ ਕਰਨੀ ਹੈ, ਹੀਅਰਿੰਗ ਨਹੀਂ ਕਰਨੀ। ਤਾਂ ਜ਼ਰੂਰਤ ਹੈ ਸਾਨੂੰ ਸਕੂਲ ਆਫ ਥਾਟ ਦੀ, ਜਿਸ ਨਾਲ ਕੌਮੀ ਮਾਈਂਡ ਬਦਲਿਆ ਜਾ ਸਕੇ। ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਸ਼ਬਦ ਗੁਰੂ ਸੁਰਦੁਨ ਚੇਲਾ ਸੰਸਥਾ ਹੈ, ਇਹ ਯੁੱਗ ਦੀਆਂ ਲੋੜਾਂ ਅਨੁਸਾਰ ਵੱਖਰੇ ਦ੍ਰਿਸ਼ਟੀਕੋਣ ਤੇ ਵਿਚਾਰਨ ਦੀ ਲੋੜ ਹੈ ਇਸ ਸੰਸਥਾ ਨੂੰ। ਔਰ ਧਰਮ ਨੂੰ ਅਸੀਂ ਸਿਰਫ ਆਪਣੇ ਮੂੰਹ ਤੱਕ ਸੀਮਤ ਨਾ ਰੱਖੀਏ, ਆਪਣੇ ਅੰਦਰ ਤੱਕ ਲਿਜਾਣਾ ਬੜਾ ਜ਼ਰੂਰੀ ਹੈ। ਧਰਮ ਨੂੰ ਰਗਾਂ ਤੱਕ ਲਿਜਾਣਾ ਪਵੇਗਾ। ਕਮਾਲ ਹੈ ਕਿ
ਜਦੋਂ ਗੁਰੂ ਗ੍ਰੰਥ ਸਾਹਿਬ ਦਾ ਅਖੀਰ ਵਿੱਚ ਆਉਂਦੇ ਹਾਂ ਮੁਦਾਮਨੀ ਵਿੱਚ, ਤਾਂ ਉਹਦੇ ਚ ਹੈ ਨਾ, ਥਾਲ ਵਿੱਚ 3 ਵਸਤੂ ਪਈਓ, ਸਤ, ਸੰਤੋਖ ਤੇ ਵਿਚਾਰ। ਇਹੀ ਧਰਮ ਦੇ ਕਰਕਸ ਨੇ। ਥਾਲ ਵਿੱਚ 3 ਵਸਤੂ ਪਈਓ, ਸਤ, ਸੰਤੋਖ, ਵਿਚਾਰੋ। ਫਿਰ ਅੱਗੇ ਕੀ ਲਿਖਿਆ? ਜੇ ਕੋ ਖਾਵੇ ਜੇ ਕੋ ਭੂੰਚੇ ਤਿਸਕਾ ਹੋਏ ਉਧਾਰੋ। ਲੋ ਹੁਣ ਗੱਲ ਨੂੰ ਇੱਥੇ ਹੀ ਸਮਝ ਲਓ। ਅਸੀਂ ਖਾਣਾ ਖਾਂਦੇ ਹਾਂ, ਖਾਣਾ ਖਾਂਦੇ ਹਾਂ, ਫਿਰ ਡਾਈਜੈਸਟ ਹੁੰਦਾ, ਡਾਈਜੈਸਟ ਹੋ ਕੇ ਫਿਰ ਸਾਡਾ ਉਹ ਖੂਨ ਬਣਦਾ, ਖੂਨ ਬਣ ਕੇ ਸਾਡੀ ਰਗਾਂ ਵਿੱਚ ਚਲਾ ਜਾਂਦਾ। ਕਮਾਲ ਹੈ, 400 ਸਾਲ ਪਹਿਲੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਥਾਲ ਵਿੱਚ 3 ਵਸਤੂ ਪਈਓ, ਸਤ, ਸੰਤੋਖ ਤੇ ਵਿਚਾਰ। ਇਹਨੂੰ ਆਪਣੇ ਅੰਦਰ ਲਿਜਾ ਕੇ ਇਹਨੂੰ ਭੂੰਚਣਾ, ਇਹਨੂੰ ਡਾਈਜੈਸਟ ਕਰਨਾ, ਤਾਂ ਧਰਮ ਤੁਹਾਡੀ ਰਗਾਂ ਵਿੱਚ ਜਾਏਗਾ। ਰਸਕਿਨ ਇੱਕ ਬੜਾ ਵੱਡਾ ਕ੍ਰਿਸਚੀਅਨ ਫਿਲਾਸਫਰ ਹੋਇਆ, ਤਾਂ ਬੜੀ ਉਸਨੂੰ ਕ੍ਰਿਸਚੀਅਨਿਟੀ ਦੀ ਨੌਲੇਜ, ਬੜਾ ਨਾਮ ਸੀ। ਉਹਨੂੰ ਕਿਸੇ ਨੇ ਪੁੱਛਿਆ ਵੀ ਕੀ ਰਾਜ਼ ਹੈ, ਤੇ ਉਹ ਕਹਿੰਦਾ, ਮਾਈ ਮਦਰ ਕੇਨਡ ਬਾਈਬਲ ਇਨਟੂ ਮਾਈ ਸਕਿਨ। ਮੇਰੀ ਰਗਾਂ ਦੇ ਵਿੱਚ ਮੇਰੀ ਮਾਂ ਨੇ ਬਾਈਬਲ ਪਾ ਦਿੱਤਾ ਹੈ। ਅੱਜ ਬੜੀ ਜ਼ਰੂਰਤ ਹੈ ਕਿ ਸਾਨੂੰ ਬੱਚਿਆਂ ਦੇ ਰਗਾਂ ਦੇ ਵਿੱਚ ਪਹਿਲੇ ਆਪ ਸਮਝੀਏ, ਫਿਰ ਬੱਚਿਆਂ ਦੀ ਰਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਾਣਾ ਚਾਹੀਦਾ। ਔਰ ਰਗਾਂ ਵਿੱਚ ਤਾਂ ਜਾਏਗਾ ਜਦੋਂ ਸਹੀ ਮਾਇਨੇ ਵਿੱਚ ਅਸੀਂ ਬਾਣੀ ਨੂੰ ਸਮਝ ਕੇ ਔਰ ਉਸਨੂੰ ਜਦੋਂ ਆਪਣੇ ਜਿਹੜੀ ਪ੍ਰੈਕਟਿਸ ਵਿੱਚ ਲਿਆਵਾਂਗੇ। ਇੱਕ ਬੜੀ ਖੂਬਸੂਰਤ ਕਹਾਵਤ ਹੈ ਕਿ ਜੇ ਨਜ਼ਰ ਨੂੰ ਸੁਰਤ ਆ ਜਾਵੇ ਤਾਂ ਵੇਖਣ ਨੂੰ ਅਸਮਾਨ ਵੀ ਛੋਟਾ ਪੈ ਜਾਂਦਾ ਹੈ। ਇਹ ਜਦੋਂ ਬਾਣੀ ਨੂੰ ਸਮਝ ਕੇ ਅੰਦਰ ਤੱਕ ਪੁੰਚਾਂਗੇ, ਡਾਈਜੈਸਟ ਕਰਾਂਗੇ, ਫਿਰ ਨਜ਼ਰ ਨੂੰ ਸੁਰਤ ਆ ਜਾਏਗੀ। ਅਤੇ ਨਜ਼ਰ ਨੂੰ ਸੁਰਤ ਕਿਵੇਂ ਆਏਗੀ? ਜਦੋਂ ਅਸੀਂ ਬਾਣੀ ਨੂੰ ਪੜਾਂਗੇ। ਦੇਖੋ, ਇੱਕ ਵਾਰੀ ਕਲਿੰਟਨ ਨੇ ਆਪਣੀ ਕੌਮ ਦੇ ਨਾਮ ਇੱਕ ਸੰਦੇਸ਼ ਵਿੱਚ ਕਿਹਾ ਸੀ ਕਿ ਗੋ ਬੈਕ ਟੂ ਰਿਲੀਜਨ, ਕਿਉਂਕਿ ਮੈਂਟਲ ਤੌਰ ਤੇ ਉੱਥੋਂ ਦੇ ਲੋਕ ਬੜੇ ਪਰੇਸ਼ਾਨ ਸੀ। ਗੋ ਬੈਕ ਟੂ ਰਿਲੀਜਨ, ਕਿ ਉਸ ਧਰਮ ਵੱਲ ਵਾਪਸ ਜਾਓ, ਸਪਿਰਚੁਅਲਿਟੀ ਵੱਲ ਵਾਪਸ ਜਾਓ। ਮੈਂ ਅੱਜ ਸਾਡੇ ਇਸ ਵਿਸ਼ੇ ਵਿੱਚ ਮੈਂ ਅਖੀਰ ਵਿੱਚ ਕਹਾਂਗਾ ਕਿ ਆਓ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਵਾਰਸਾਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਵਾਰਸਾਂ ਨੂੰ ਅਸੀਂ ਹੋਕਾ ਦਈਏ ਕਿ ਗੋ ਬੈਕ ਟੂ ਸ਼ਬਦ ਗੁਰੂ ਸੰਸਥਾ। ਸ਼ਬਦ ਗੁਰੂ ਨਾਲ ਜੁੜਨਾ ਪੜੇਗਾ, ਕਿਉਂਕਿ ਜਿਹੜੇ ਖਜ਼ਾਨੇ ਸਾਡੇ ਗੁਰੂਆਂ ਨੇ ਸਾਡੇ ਲਈ ਛੱਡੇ ਨੇ, ਅਸੀਂ ਉਹਨਾਂ ਵੱਲ ਪਰਤੀਏ। ਇਹ ਕਾਰਜ ਕਰਦੇ ਹੋਏ ਆਪਣੇ ਆਪਸੀ ਬਿਖਰਾਵ ਨੂੰ ਛੱਡ ਕੇ ਇੱਕ ਦੂਸਰੇ ਦੇ ਬਣ ਜਾਈਏ। ਇਹ ਬਹੁਤ 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 ਜੋ ਹੈ ਇਹ ਜ਼ਰੂਰੀ ਹੈ। ਸਾਇੰਟਿਸਟ ਕਹਿੰਦੇ ਨੇ ਕਿ ਜਿਹੜੀ ਇੱਕ એનર્ਜੀ ਹੈ, ਇਹ ਗ੍ਰੈਵਿਟੇਸ਼ਨ ਹੈ, ਇਹ ਧਰਤੀ, ਇਹ ਜ਼ਮੀਨ ਵਿੱਚ ਹੈ ਔਰ ਸਾਨੂੰ ਆਪਣੇ ਵੱਲ ਖਿੱਚਦੀ ਹੈ। ਮੈਂ ਇਹਨੂੰ ਅਧਿਆਤਮਕ ਤੌਰ ਤੇ ਲਵਾਂ ਤੇ ਧਰਤੀ ਨੂੰ ਜੋ ਹੈ ਇਹ ਮਾਇਆ ਕਹਿ ਲਓ, ਇਸ ਸੰਸਾਰ ਨੂੰ ਮਾਇਆ ਕਹਿ ਲਓ। ਦੇਖੋ, 2 ਐਸਪੈਕਟ ਨੇ ਇਸ ਬ੍ਰਹਮੰਡ ਦੇ, ਇੱਕ ਆਤਮ, ਇੱਕ ਅਨਾਤਮ। ਆਤਮ ਬ੍ਰਹਮ, ਅਨਾਤਮ ਜਿਹੜੀ ਹੈ ਇਹ ਮਾਇਆ ਹੈ। ਔਰ ਜਿਹੜਾ ਮਾਇਆ ਦੇ ਵਿੱਚ ਹੋਏਗਾ ਉਹ ਫਿਰ ਕੂੜ ਕਪਟ ਵਿੱਚ ਵੀ ਉਹਨੂੰ ਹੋਏਗਾ। ਦੇਖਿਆ ਬੜਾ ਗਜ਼ਬ ਦਾ ਲਿਖਿਆ, ਸਾਕਤ ਕੂੜ ਕਪਟ ਮੇ ਟੇਕਾ। ਸਾਕਤ ਕੌਣ ਹੈ? ਫੇਥਲੈਸ ਮੈਨ ਹੈ। ਤੇ ਧਰਤੀ ਨੂੰ ਅਗਰ ਇਹ ਮਾਇਆ, ਤੇ ਮਾਇਆ ਅਟਰੈਕਟ ਕਰਦੀ ਹੈ। ਹੁਣ ਇੱਕ ਹੋਰ એનર્ਜੀ ਹੈ, ਉਹ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਨਾਮ ਦਿੱਤਾ ਗ੍ਰੇਸ ਦਾ, ਗੁਰਪ੍ਰਸਾਦ, ਨਦਰ, ਮੇਰ। ਜਿਸ ਤਰ੍ਹਾਂ ਗ੍ਰੈਵਿਟੇਸ਼ਨ એનર્ਜੀ ਜ਼ਮੀਨ ਨਾਲ ਜੋੜਦੀ ਹੈ, ਉਸੇ ਤਰ੍ਹਾਂ ਇਹ ਜਿਹੜੀ ਗ੍ਰੇਸ ਹੈ, ਇਹ ਜਿਹੜੀ ਇਹ ਗੁਰਪ੍ਰਸਾਦ ਹੈ, ਜਿਹੜਾ ਨਦਰ ਹੈ, ਜਿਹੜੀ ਮੇਰ ਹੈ, ਇਹ ਤੁਹਾਨੂੰ ਉੱਤੇ ਨਾਲ ਜੋੜੇਗੀ। ਇਹ એનર્ਜੀ ਤਾਂ ਮਿਲੇਗੀ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਔਰ ਬਾਣੀ ਨੂੰ ਲਿਵ ਕਰਾਂਗੇ। ਗੁਰਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਸਾਨੂੰ ਗੁਰਮਿਲ ਚੱਜ ਅਚਾਰ ਕੀ ਹੈ? ਚੱਜ ਅਚਾਰ ਵੇ ਆਫ ਲਾਈਫ ਹੈ। ਇਹ ਇਸ ਲਈ ਜਿਹੜਾ ਵਿਚਾਰ ਹੈ, ਵਿਚਾਰ ਨੂੰ ਕਰਕੇ, ਵਿਚਾਰ ਨੂੰ ਸਮਝ ਕੇ, ਤੋ ਜਿਸ ਵੇਲੇ ਅਸੀਂ ਵਿਚਾਰਾਂਗੇ, ਜਿਸ ਵੇਲੇ ਉਸ ਨੂੰ ਲਿਵ ਕਰਾਂਗੇ, ਜ਼ਿੰਦਗੀਆਂ 'ਚ ਟਰਾਂਸਫੋਰਮੇਸ਼ਨ ਆਏਗੀ। ਮੈਂ ਦਾਅਵੇ ਨਾਲ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਪੂਰੇ ਸੰਸਾਰ ਲਈ ਇੱਕ ਕ੍ਰਾਂਤੀ ਹੈ। ਇਹ ਲਾਈਟ ਹਾਊਸ ਹੈ। ਜੋ ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਜੀਵੇਗਾ ਉਹ ਕਦੇ ਹਨੇਰੇ ਵਿੱਚ ਨਹੀਂ ਭਟਕੇਗਾ, ਸਗੋਂ ਉਸ ਨੂੰ ਜੀਵਨ ਚਾਨਣ ਪ੍ਰਾਪਤ ਹੋਏਗਾ। ਔਰ ਗੁਰੂ ਗ੍ਰੰਥ ਸਾਹਿਬ ਜਾਂ ਬਾਣੀ ਕਹਿ ਲਵਾਂ, ਪਾਠ ਕਹਿ ਲਵਾਂ, ਇੱਕ ਜੋਤ ਹੈ ਜਿਸ ਦੀ ਰੋਸ਼ਨੀ ਨੂੰ ਕੋਈ ਹਨੇਰਾ ਮੱਧਮ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਪੂਰੇ ਬ੍ਰਹਮੰਡ ਨਾਲ, ਪੂਰੀ ਕਾਇਨਾਤ ਨਾਲ ਇਹਦਾ ਸੰਬੰਧ ਹੈ। ਅਸੀਂ ਸ਼ਬਦ ਗੁਰੂ ਜਿਹੜੀ ਸੰਸਥਾ ਹੈ, ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸ਼ਬਦ ਗੁਰੂ ਅੱਗੇ ਮੱਥੇ ਟੇਕਣਾ, ਪ੍ਰਕਰਮਾ ਕਰਨਾ, ਇਹ ਧਰਮ ਨਹੀਂ ਹੈ। ਸ਼ਬਦ ਅਨੁਸਾਰ ਜੀਣਾ ਧਰਮ ਹੈ। ਸ਼ਬਦ
ਨੂੰ ਮੱਥੇ ਟੇਕਣਾ ਜਾਂ ਪ੍ਰਕਰਮਾ ਕਰਨਾ ਜਾਂ ਪੜ੍ਹ ਲੈਣਾ ਧਰਮ ਨਹੀਂ ਹੈ। ਧਰਮ ਹੈ ਸ਼ਬਦ ਅਨੁਸਾਰ ਜੀਣਾ। ਅਸੀਂ ਧਰਮ ਦੇ ਨਾਂ ਤੇ ਸ਼ਬਦ ਦੇ ਸਿਧਾਂਤ ਨੂੰ ਜਾਣਦੇ ਹਾਂ ਪਰ ਜੀਂਦੇ ਨਹੀਂ ਹੈ। ਜ਼ਰੂਰੀ ਜਿਹੜੀ ਹੈ ਉਹ ਜੀਣਾ, ਔਰ ਅਧਿਆਤਮਕ ਖੇਤਰ ਦੇ ਵਿੱਚ ਸ਼ਿਸ਼ ਬਣਨ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਲਈ ਸਾਨੂੰ ਬਾਣੀ ਦਾ ਜਿਹੜਾ ਸ਼ਿਸ਼ ਹੈ ਉਹ ਬਣਨਾ ਪਏਗਾ। ਮਨੁੱਖ ਕੇਵਲ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਮਨੁੱਖ ਕੇਵਲ ਰੋਟੀ ਦੇ ਆਸਰੇ ਨਹੀਂ ਰਹਿ ਸਕਦਾ। ਸਰੀਰਕ ਚੇਤਨਤਾ ਯਾਨੀ ਸਰੀਰ ਦੇ ਕੇਂਦਰ ਬਿੰਦੂ ਨਾਲ ਲਿਪਟਣਾ ਚਰਮ ਦ੍ਰਿਸ਼ਟੀ ਹੈ, ਔਰ ਇਸ ਦ੍ਰਿਸ਼ਟੀ ਤੋਂ ਬਾਹਰ ਨਿਕਲਣਾ ਹੀ ਦੈਵੀ ਚੇਤਨਾ ਹੈ। ਔਰ ਇਸ ਦ੍ਰਿਸ਼ਟੀ ਤੋਂ ਬਾਹਰ ਅਸੀਂ ਤਾਂ ਹੀ ਨਿਕਲ ਸਕਦੇ ਹਾਂ ਜੇ ਅਸੀਂ ਬਾਣੀ ਨੂੰ ਜਿਹੜੀ ਹਾਊ ਐਂਡ ਵਾਈ ਹੈ ਕਿ ਆਪਣੇ ਦੁਨਿਆਵੀ ਸੁੱਖਾਂ ਲਈ ਬਾਣੀ ਨੂੰ ਅਸੀਂ ਆਪਣਾ ਇੱਕ ਜ਼ਰੀਆ ਨਾ ਬਣਾਈਏ। ਇਹ ਆਤਮਿਕ ਸੁੱਖਾਂ ਲਈ ਹੈ ਔਰ ਇਸ ਨੂੰ ਪੜ੍ਹਨਾ, ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿਚਾਰਨਾ। ਇਸੇ ਲਈ ਅੱਜ ਦੇ ਵਿਦਵਾਨ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ ਵੇ ਆਫ ਲਾਈਫ ਕਹਿੰਦੇ ਨੇ। ਤਾਂ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਇਹ ਇੱਕ ਜ਼ਿੰਮੇਵਾਰੀ ਹੈ, ਫਰਜ਼ ਹੈ ਕਿ ਅਸੀਂ ਅਗਰ ਆਪਣੀ ਆਉਣ ਵਾਲੀ ਵਾਰਸਾਂ ਨੂੰ, ਆਪਣੀ ਜਨਰੇਸ਼ਨ ਨੂੰ ਆਪਣੇ ਨਾਲ ਜੋੜਨਾ ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਪਹਿਲੇ ਤਾਂ ਆਪ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਔਰ ਫਿਰ ਉਹਨੂੰ ਸਮਝੀਏ, ਲਿਵ ਕਰੀਏ। ਤਾਂ ਉਹ ਕਹਿੰਦੇ ਨਾ, ਇੱਕ ਸੰਤ ਕੋਲ ਇੱਕ ਫਾਦਰ ਆਪਣੇ ਬੱਚੇ ਨੂੰ ਲੈ ਗਿਆ ਕਿ ਇਹਨੂੰ ਆਸ਼ੀਰਵਾਦ ਦਿਓ ਕਿ ਚੰਗਾ ਬਣ ਜਾਏ। ਤੇ ਉਹ ਕਹਿਣ ਲੱਗਾ ਜੀ ਤੁਸੀਂ ਆਪ ਚੰਗੇ ਬਣ ਜਾਓ, ਆਪਣੇ ਆਪ ਚੰਗਾ ਹੋ ਜਾਏਗਾ। You create the environment and environment will do the job। ਤਾਂ ਇਹ ਅੱਜ ਬੜਾ ਜ਼ਰੂਰੀ ਹੈ ਕਿ ਸਾਡੀ ਰੋਜ਼ ਦੀ ਜਿਹੜੀ ਇਹ ਰੋਜ਼ਮਰਾ ਦੀ ਜ਼ਿੰਦਗੀ ਹੈ, ਉਹਨਾਂ ਜ਼ਿੰਦਗੀਆਂ ਦੇ ਵਿੱਚ ਜਦੋਂ ਬੱਚੇ ਅੱਜ ਦੇਖ ਰਹੇ ਨੇ, ਅੱਜ ਸੋਸ਼ਲ ਮੀਡੀਆ ਹਰ ਇੱਕ ਦੇ ਹੱਥ ਵਿੱਚ ਮੋਬਾਈਲ ਹੈ, ਜਿਹੜੇ ਸਿਰ ਪਰਮਾਤਮਾ ਅੱਗੇ ਝੁਕਦੇ ਸੀ ਉਹ ਹੁਣ ਜਿਹੜੇ ਨੇ ਉਹ ਫੋਨਾਂ ਦੇ ਉੱਤੇ ਝੁਕੇ ਹੋਏ ਨੇ। ਤਾਂ ਜਿਹੜੀ ਸਿਚੁਏਸ਼ਨ ਹੈ ਇਟਸ ਵੈਰੀ ਗ੍ਰੇਵ। ਔਰ ਇਸ ਲਈ ਸਾਨੂੰ ਫੌਰੀ ਤੌਰ ਤੇ ਵਾਰ ਲੈਵਲ ਤੇ ਸਾਨੂੰ ਇਸ ਤਰ੍ਹਾਂ ਦੇ ਜਿਹੜਾ ਤੁਹਾਡਾ ਇਹ ਪ੍ਰਯਾਸ ਹੈ, ਇਹ ਪ੍ਰਯਾਸ ਬੜਾ ਮੁਬਾਰਕ ਹੈ, ਬੜਾ ਪਵਿੱਤਰ ਹੈ। ਔਰ ਮੈਂ ਤੁਹਾਨੂੰ ਸਲੂਟ ਵੀ ਕਰਦਾ ਔਰ ਮੈਂ ਸ਼ਰਧਾ ਨਾਲ ਆਪਣਾ ਸਿਰ ਵੀ ਝੁਕਾਉਣਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਸਾਨੂੰ ਜਿਹੜੀ ਇਹ ਘਰ ਘਰ ਦੇ ਵਿੱਚ ਲਿਜਾਣਾ ਚਾਹੀਦਾ। ਭਾਈ ਗੁਰਦਾਸ ਨੇ ਕਿਹਾ ਸੀ ਨਾ ਕਿ ਘਰ ਘਰ ਧਰਮਸਾਲ। ਤੇ ਇਹ ਘਰ ਘਰ ਧਰਮਸਾਲ ਦਾ ਮਤਲਬ ਇਹ ਸੀ ਕਿ ਘਰ ਜਿਹੜਾ ਹੈ ਇਹ ਕਿਸੇ ਇੱਟੇ ਚੂਨੇ ਜਾਂ ਦੀਵਾਰ ਨਹੀਂ ਕਿਹਾ ਸੀ, ਇੱਟਾਂ ਦੀ ਦੀਵਾਰ ਨੂੰ ਨਹੀਂ ਕਿਹਾ ਸੀ। ਇਹ ਘਰ ਸਾਡੇ ਸਰੀਰ ਨੂੰ, ਸਾਡੀ ਦੇਹ ਨੂੰ ਕਿਹਾ ਸੀ ਕਿ ਹਰ ਦੇਹ ਦੇ ਵਿੱਚ ਜਿਹੜੀ ਹੈ ਉਹ ਧਰਮ ਹੋਣਾ ਚਾਹੀਦਾ। ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਰਮ ਜਿੱਥੇ ਵਾਰ ਸ਼ਬਦ ਆਉਂਦਾ ਹੈ ਕਿਸੇ ਫਿਰਕੇ ਜਾਂ ਮਜ਼ਹਬ ਲਈ ਨਹੀਂ ਹੈ। ਧਰਮ ਸੰਸਕਾਰਾਂ ਲਈ ਹੈ, ਵੇ ਆਫ ਲਾਈਫ ਲਈ ਹੈ, ਨੈਤਿਕਤਾ ਲਈ ਹੈ, ਮੋਰੈਲਿਟੀ ਲਈ ਹੈ। ਤਾਂ ਮੈਨੂੰ ਲੱਗਦਾ ਕਿ ਧਰਮ ਨੂੰ ਸਮਝਣਾ ਔਰ ਆਪਣੇ ਬੱਚਿਆਂ ਤੱਕ ਸਮਝਾਉਣਾ, ਇਹ ਜਿਹੜੀ ਸਾਡੀ ਦਿੱਖ ਹੈ, ਇਹ ਸਾਨੂੰ ਗੁਰੂ ਨੇ ਇੱਕ ਯੂਨੀਫਾਰਮ ਦਿੱਤੀ ਹੈ। ਲੇਕਿਨ ਇਹ ਯੂਨੀਫਾਰਮ ਕੰਪਲੀਟ ਤਾਂ ਹੁੰਦੀ ਹੈ ਜਿਹੜੀ ਉਹ ਸ਼ਬਦ ਗੁਰੂ ਦੀ ਗੱਲ ਹੈ, ਜਦ ਤੱਕ ਉਹ ਅੰਦਰ ਪੁੰਚਦੇ ਨਹੀਂ ਅਸੀਂ, ਤਦ ਤੱਕ ਮੈਨੂੰ ਲੱਗਦਾ ਅਸੀਂ ਪੂਰੇ ਸਿੱਖ ਨਹੀਂ ਬਣ ਸਕਦੇ, ਪੂਰੇ ਗੁਰੂ ਦੇ ਸ਼ਿਸ਼ ਨਹੀਂ ਬਣ ਸਕਦੇ। ਤਾਂ ਅੱਜ ਦਾ ਮੇਰਾ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਜੀ। ਗੁਰੂ ਮਹਾਰਾਜ ਕਿਰਪਾ ਕਰੇ ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਪ੍ਰੋਗਰਾਮ ਕਰਨ 'ਚ ਤੁਸੀਂ ਵੱਧ ਤੋਂ ਵੱਧ ਬੰਦਿਆਂ ਨੂੰ ਆਪਣੇ ਨਾਲ ਜੋੜੋ ਤਾਂ ਕਿ ਇਹ ਜਿਹੜਾ ਸਨੇਹ ਹੈ ਇਹ ਘਰ ਘਰ ਜਾ ਸਕੇ ਜੀ। ਬੋਲਣਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।